ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਕਲਾਸ ਦਾ ਵਿਸ਼ਾ ਹੈ ਬਿਨ ਗੁਣ ਕੀਤੇ ਭਗਤ ਨਾ ਹੋਏ। ਇਹ ਪੰਕਤੀ ਅਸੀਂ ਸਾਰੇ ਇਸ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਜਪਜੀ ਸਾਹਿਬ ਵਿੱਚ ਆਉਂਦਾ ਹੈ, ਸਤਿਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਜਿਹੜਾ ਧਰਮ ਦਾ ਮਾਰਗ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈ ਉਹ ਰਵਾਇਤੀ ਧਰਮਾਂ ਤੋਂ ਬਿਲਕੁਲ ਵੱਖਰਾ ਹੈ, ਜਿਹਦੇ ਵਿੱਚ ਜ਼ਿਆਦਾ ਇਹ ਸੀਗਾ ਕਿ ਮੰਗਲਵਾਰ ਨੂੰ ਇਹ ਕਰਨਾ ਹੈ, ਵੀਰਵਾਰ ਨੂੰ ਇਹ ਕਰਨਾ ਹੈ, ਥਿੱਤਾਂ ਵਾਰਾਂ, ਤੀਰਥਾਂ, ਹਵਨ, ਯੱਗ, ਦਾਨ, ਪੁੰਨ, ਇਸ ਤਰ੍ਹਾਂ ਦੇ ਅਨੇਕੋਂ ਹੀ ਕਰਮ ਕਾਂਡ ਦੇ ਵਿੱਚ ਮਨੁੱਖ ਨੂੰ ਉਲਝਾਇਆ ਹੋਇਆ ਸੀਗਾ। ਤੇ ਉਹ ਕੰਮ ਕਰਨਾ ਬੜਾ ਸੌਖਾ ਹੈਗਾ, ਉਹ ਕੋਈ ਔਖਾ ਨਹੀਂ ਹੈਗਾ। ਤੇ ਇਹਦੇ ਬਾਰੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਮੰਦਲ ਬੇਦ ਜੇ ਬਾਜਣੋ, ਘਣੋ ਧੜੀਆ ਜੋਏ, ਨਾਨਕ ਨਾਮ ਸਮਾਲ ਤੂੰ ਬੀਜੋ ਅਵਰ ਨਾ ਕੋਏ। ਕਿ ਜਿਹੜਾ ਢੋਲ ਵੇਦਾਂ ਨੇ ਵਜਾਇਆ ਉਹਦੇ ਪਿੱਛੇ ਘਣੋ ਧੜੀਆ ਜੋਏ, ਬਹੁਤ ਵੱਡੀ ਭੀੜ ਮਗਰ ਲੱਗ ਗਈ। ਪਰ ਹੇ ਨਾਨਕ ਤੂੰ ਇਹਨਾਂ ਚੱਕਰਾਂ 'ਚ ਨਾ ਪਈ, ਅਕਾਲ ਪੁਰਖ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ ਹੈਗਾ। ਇਹੀ ਗੱਲ ਭਗਤ ਕਬੀਰ ਜੀ ਨੇ ਕਹੀ, ਜੈ ਮਾਰਗ ਕਬੀਰ ਜੈ ਮਾਰਗ ਪੰਡਿਤ ਗਏ, ਪਾਤਸ਼ਾਹ ਪਰੀ ਵਹੀਰ, ਇੱਕ ਅਵਕਟ ਘਾਟੀ ਰਾਮ ਕੀ ਤੈ ਚੜ ਰਹੋ ਕਬੀਰ। ਇਹ ਜਿਹੜਾ ਧਰਮ ਦਾ ਮਾਰਗ ਗੁਰੂ ਸਾਹਿਬ ਨੇ ਸਾਨੂੰ ਦੱਸਿਆ, ਇਹ ਅਵਕਟ ਘਾਟੀ ਹੈ। ਅਵਕਟ ਘਾਟੀ ਹੁੰਦੀ ਹੈ ਪਹਾੜੀ ਰਸਤਾ, ਔਖਾ, ਮੁਸ਼ੱਕਤ। ਇਹਦੇ ਵਿੱਚ ਤਿਆਗ ਕਰਨਾ ਪੈਂਦਾ ਹੈ, ਪਰ ਤਿਆਗ ਦਾ ਮਤਲਬ ਗ੍ਰਸਤ ਨਹੀਂ ਤਿਆਗਣਾ ਜਾਂ ਅੰਨ ਨਹੀਂ ਤਿਆਗਣਾ। ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਸੋ ਇੱਥੇ ਵਿਕਾਰਾਂ ਨੂੰ ਤਿਆਗਣ ਦੀ ਗੱਲ ਹੈ ਤੇ ਗੁਣਾਂ ਨੂੰ ਸੰਗ੍ਰਹਿਣ ਕਰਨ ਦੀ ਗੱਲ ਹੈਗੀ। ਅੱਜ ਅਸੀਂ ਇਹੀ ਜ਼ਿਕਰ ਕਰਾਂਗੇ ਕਿ ਧਰਮ ਕੋਈ ਭੇਖ ਨਹੀਂ ਹੈਗਾ ਤੇ ਧਰਮ ਕੋਈ ਕਰਮਕਾਂਡ ਨਹੀਂ ਹੈਗਾ, ਧਰਮ ਕੋਈ ਰੋਹ ਰੀਤਾਂ ਨਹੀਂ ਹੈਗੀਆਂ। ਧਰਮ ਵਿੱਚ ਤੁਹਾਡੇ ਕਰਮਾਂ ਵਿੱਚ, ਤੁਹਾਡੀ ਜੀਵਨ ਸ਼ੈਲੀ ਦੇ ਵਿੱਚ ਪ੍ਰਗਟ ਹੋਣਾ ਚਾਹੀਦਾ ਹੈ। ਇਹ ਧਰਮ ਹੈ। ਸੋ ਦੇਖਦੇ ਹਾਂ ਗੁਰਬਾਣੀ ਸਾਨੂੰ ਕਿੱਦਾਂ ਚਾਨਣਾ ਬਖਸ਼ਦੀ ਹੈ। ਗੁਣਾ ਕਾ ਨਿਧਾਨ ਏਕ ਹੈ, ਆਪੇ ਦੇ ਤਾਂ ਕੋ ਪਾਏ। ਨਿਧਾਨ ਮੈਨੇ ਖਜ਼ਾਨਾ। ਇਹ ਜਿਹੜੇ ਗੁਣ ਨੇ ਇਹ ਕਿੱਥੋਂ ਮਿਲਦੇ ਨੇ ਸਾਨੂੰ? ਇਹਦੀ ਕੋਈ ਹੱਟੀ ਬਾਜ਼ਾਰ ਤੇ ਹੈ ਨਹੀਂ। ਇਹਦਾ ਹੱਟੀ ਬਾਜ਼ਾਰ ਤੇ ਕੋਈ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਖਜ਼ਾਨਾ ਹੈ, ਜਿਹਦੇ ਰਾਹੀਂ ਸਾਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸੋ ਗੁਣਾ ਕਾ ਨਿਧਾਨ ਏਕ ਹੈ। ਇਹ ਗੁਣਾਂ ਦਾ ਖਜ਼ਾਨਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਆਪੇ ਦੇ ਤਾਂ ਕੋ ਪਾਏ। ਪਰ ਆਪ ਵਾਹਿਗੁਰੂ ਕਿਰਪਾ ਕਰੇ, ਉਹਦੀ ਕਿਰਪਾ ਤੋਂ ਬਿਨਾਂ ਇਹ ਪ੍ਰਾਪਤ ਨਹੀਂ ਹੁੰਦਾ। ਜਿਸ ਤੇ ਵਾਹਿਗੁਰੂ ਆਪ ਤੁਰਟ ਜਾਏ ਉਹਨੂੰ ਇਹ ਪ੍ਰਾਪਤ ਹੁੰਦਾ ਹੈ। ਬਿਨ ਨਾਵੇਂ ਸਭ ਵਿਛੜੀ, ਗੁਰ ਕੈ ਸ਼ਬਦ ਮਿਲਾਏ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਰੀ ਲੁਕਾਈ ਅਕਾਲ ਪੁਰਖ ਪਰਮਾਤਮਾ ਤੋਂ ਵਿਛੜੀ ਰਹਿੰਦੀ ਹੈ। ਤੇ ਜਿਹਨੂੰ ਵਾਹਿਗੁਰੂ ਫਿਰ ਮਿਲਾਉਂਦਾ ਹੈ, ਗੁਰੂ ਦੇ ਸ਼ਬਦ ਰਾਹੀਂ ਹੀ ਮਿਲਾਉਂਦਾ ਹੈ। ਮੇਰੀ ਮੇਰੀ ਕਰਦੇ ਘਟ ਗਏ। ਜਿਹੜੇ ਮਨੁੱਖ ਮੇਰੀ ਮੇਰੀ ਮੈਂ ਮੇਰੀ ਕਰਦੇ ਰਹਿੰਦੇ ਨੇ ਉਹ ਘਟ ਗਏ, ਅਰਥਾਤ ਆਤਮਿਕ ਤੌਰ ਤੇ ਘਾਟਾ ਖਾਂਦੇ ਰਹਿੰਦੇ ਨੇ। ਆਤਮਿਕ ਜੀਵਨ ਉਹਨਾਂ ਦਾ ਕਮਜ਼ੋਰ ਪੈਂਦਾ ਰਹਿੰਦਾ ਹੈ। ਤਿਨਾ ਹੱਥ ਕਿਹ ਨਾ ਆਇਆ, ਉਹਨਾਂ ਦੇ ਹੱਥ ਪੱਲੇ ਕੁਝ ਪ੍ਰਾਪਤ ਨਹੀਂ ਹੁੰਦਾ। ਆਤਮਿਕ ਜੀਵਨ ਵਿੱਚ ਉਹ ਕੋਈ ਪ੍ਰਾਪਤੀ ਨਹੀਂ ਕਰਦੇ। ਸਤਿਗੁਰ ਮਿਲਿਆ ਸੱਚ ਮਿਲੇ, ਪਰ ਸਤਿਗੁਰੂ ਦੇ ਨਾਲ ਸੰਜੋਗ ਹੋਣ ਦੇ ਨਾਲ ਸਦਾ ਫਿਰ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ। ਸੱਚ ਨਾਮ ਸਮਾਇਆ, ਤੇ ਉਹ ਮਨੁੱਖ ਫਿਰ ਸਦਾ ਫਿਰ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਤੇ ਉਹ ਗੁਣਾਂ ਦਾ ਸੰਚਾਰ ਉਹਦੇ ਜੀਵਨ ਵਿੱਚ ਹੁੰਦਾ ਹੈ। ਅਵਗੁਣੀ ਭਰਪੂਰ ਹੈ, ਗੁਣ ਵੀ ਵਸੇ ਨਾਲ। ਇਧਰੋਂ ਦੀ ਇਹ ਸਪਸ਼ਟ ਹੋ ਗਿਆ ਵੀ ਜਿਹੜੇ ਗੁਣ ਨੇ ਉਹ ਅੰਦਰੋਂ ਹੀ ਮਿਲਣੇ ਨੇ, ਉਹ ਬਾਹਰੋਂ ਨਹੀਂ ਕਿਤੇ ਮਿਲਣੇ। ਅਵਗੁਣੀ ਮਾਇਆ ਵੇੜਿਆ ਮਨੁੱਖ ਜਿਹੜਾ ਹੈ, ਮਾਇਆ ਦੇ ਅਧੀਨ ਹੈਗਾ, ਉਹ 'ਚ ਕਈ ਸਾਰੇ ਵਿਕਾਰ ਜਨਮ ਲੈ ਲੈਂਦੇ ਨੇ। ਤੇ ਉਹ ਕਹਿੰਦੇ ਅਵਗੁਣੀ ਭਰਪੂਰ ਹੈ। ਮਾਇਆ ਵੇੜੇ ਮਨੁੱਖ ਦਾ ਜਿਹੜਾ ਸਰੀਰ ਹੈ ਉਹ ਗੁਣਾਂ ਨਾਲ ਭਰਿਆ ਰਹਿੰਦਾ ਹੈ। ਪਰ ਗੁਣ ਵੀ ਵਸੇ ਨਾਲ, ਗੁਣ ਵੀ ਨਾਲ ਹੀ ਹੁੰਦੇ ਹਨ। ਪਰ ਕਹਿੰਦੇ ਬਿਨ ਸਤਿਗੁਣ ਗੁਣ ਨਾ ਜਾਪਣੀ, ਜਿਚਰ ਸ਼ਬਦ ਨਾ ਕਰੇ ਵਿਚਾਰ। ਪਰ ਜਦੋਂ ਤੱਕ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕਰਦਾ, ਉਹ ਗੁਣਾਂ ਦੇ ਬਾਰੇ ਸੋਝੀ ਨਹੀਂ ਹੁੰਦੀ, ਉਹਦੇ ਬਾਰੇ ਪਤਾ ਹੀ ਨਹੀਂ ਲੱਗਦਾ। ਇਹ ਤੇ ਇਸ ਤਰ੍ਹਾਂ ਹੀ ਹੈ ਕਿ ਜਿਹੜਾ ਬੰਦਾ ਟਰੱਕ ਵਿੱਚ ਰਹਿਣਾ ਗਿੱਝ ਜਾਏ, ਗੰਦ ਵਿੱਚ ਰਹਿਣਾ ਗਿੱਝ ਜਾਏ, ਮਾੜੀ ਸਮੈਲ ਕਈ ਲੋਕ ਗੰਦ ਘਰ 'ਚ ਆਲੇ ਦੁਆਲੇ ਬੜਾ ਗੰਦਮੰਦ ਹੁੰਦਾ, ਉਹਨੂੰ ਪਤਾ ਨਹੀਂ ਲੱਗਦਾ, ਉੱਥੇ ਜਨਮ ਮੰਦਿਰ ਵਿੱਚ ਰਹਿੰਦੇ ਨੇ, ਉਹ ਕੋਈ ਹੈਰਾਨ ਨਹੀਂ ਹੁੰਦਾ। ਉਹ ਕਦੇ ਕੋਈ ਬਾਹਰਲਾ ਸਫਾਈ ਵਾਲਾ ਏਰੀਆ ਦੇਖਣ ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਸਾਡਾ ਘਰ ਬੜਾ ਗੰਦਾ ਹੈਗਾ, ਜਾਂ ਕੋਈ ਬਾਹਰਲਾ ਬੰਦਾ ਆ ਕੇ ਉਹਨਾਂ ਨੂੰ ਦੱਸੇ, ਸਮਝਾ ਸਕੇ, ਕਨਵਿੰਸ ਕਰ ਸਕੇ, ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਘਰ 'ਚ ਗੰਦ ਹੈਗਾ। ਸੋ ਇਸੇ ਤਰ੍ਹਾਂ ਹਿਰਦੇ ਘਰ ਵਿੱਚ ਜੋ ਜੋ ਗੰਦਗੀ ਪਈ ਹੈ
ਉਹ ਜਦੋਂ ਤੱਕ ਗੁਰਬਾਣੀ ਨੂੰ ਨਾ ਪੜ੍ਹੀਏ, ਨਾ ਵਿਚਾਰੀਏ, ਜਿਹਦੇ ਬਾਰੇ ਕਹਿੰਦੇ ਗੁਰੂ ਸਾਹਿਬ, ਇਹ ਮਨ ਆਰਸੀ ਕੋ ਗੁਰਮੁਖ ਵੇਖੈ। ਇਹ ਸ਼ੀਸ਼ਾ ਹੈ ਮਨ, ਤੇ ਇਹਦੇ ਵਿੱਚ ਗੁਰੂ ਦੇ ਸਨਮੁਖ ਹੋਇਆਂ ਦੇਖਿਆ ਜਾ ਸਕਦਾ ਹੈ। ਮਹਿਲਾ ਤੀਜਾ, ਇਹ ਮਨ ਗੁਰ ਕੀ ਸਿੱਖ ਸੁਣ, ਪਰ ਪਾਵੇਂ ਗੁਣੀ ਨਿਧਾਨ। ਇਹ ਮੇਰੇ ਮਨ, ਗੁਰੂ ਦੀ ਸਿੱਖਿਆ ਨੂੰ ਸੁਣ, ਗੁਰੂ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾ, ਤੇ ਇਹਦਾ ਨਤੀਜਾ ਕੀ ਨਿਕਲੇਗਾ? ਪਾਵੇਂ ਗੁਣੀ ਨਿਧਾਨ। ਤੂੰ ਗੁਣਾ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਏਗਾ। ਹਰ ਸੁਖ ਦਾਤਾ ਮਨ ਵਸੈ, ਹਉਮੈ ਜਾਏ ਗੁਮਾਨ। ਹਰੀ ਪਰਮਾਤਮਾ ਸੁੱਖਾਂ ਦਾ ਦਾਤਾ ਤੇਰੇ ਮਨ ਵਿੱਚ ਵਸੇਗਾ, ਤੇ ਤੇਰੀ ਹਉਮੈ, ਤੇਰਾ ਘਮੰਡ, ਅਹੰਕਾਰ ਜਿਹੜਾ ਹੈ ਉਹ ਵਿਨਸ ਜਾਏਗਾ। ਨਾਨਕ ਨਦਰੀ ਪਾਈ ਹੈ ਤਾਂ ਅੰਦਨ ਲੱਗਿਆ ਧਿਆਨ। ਜਦੋਂ ਪਰਮਾਤਮਾ ਦੀ ਕਿਰਪਾ ਦੁਆਰਾ, ਅਕਾਲ ਪੁਰਖ ਦੇ ਕਿਰਪਾ ਸਦਕਾ ਮੇਲ ਹੁੰਦਾ ਵਾਹਿਗੁਰੂ ਦੇ ਨਾਲ, ਫਿਰ ਅੰਦਨ ਸਦੀਵੀ ਤੌਰ ਤੇ ਸੁਰਤ ਜਿਹੜੀ ਹੈ ਅਕਾਲ ਪੁਰਖ ਵਿੱਚ ਜੁੜੀ ਰਹਿੰਦੀ ਹੈ। ਗੋਬਿੰਦ ਗੁਣੀ ਨਿਧਾਨ, ਵਾਹਿਗੁਰੂ ਜਿਹੜਾ ਹੈ ਉਹ ਗੁਣਾ ਦਾ ਖਜ਼ਾਨਾ ਹੈ, ਤੇ ਗੁਰਮੁਖ ਜਾਣੀ ਹੈ। ਉਹਦੇ ਨਾਲ ਸਾਂਝ ਕਿੱਦਾਂ ਬਣਦੀ ਹੈ, ਉਹਨਾਂ ਜਾਣ ਪਛਾਣ ਕਿੱਦਾਂ ਹੁੰਦੀ ਹੈ? ਗੁਰਮੁਖ ਬਣ ਕੇ, ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੀ ਸ਼ਰਨ ਵਿੱਚ ਆ ਕੇ ਗੁਣੀ ਨਿਧਾਨ ਗੋਬਿੰਦ ਦੇ ਨਾਲ ਸਾਂਝ ਪੈਂਦੀ ਹੈ। ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀ ਹੈ। ਜਦੋਂ ਵਾਹਿਗੁਰੂ ਆਪ ਕਿਰਪਾਲ ਹੁੰਦਾ ਹੈ, ਦਇਆ ਕਰਦਾ ਹੈ, ਤੇ ਫਿਰ ਉਹਦੇ ਪਿਆਰ ਦਾ ਰੰਗ ਜਿਹੜਾ ਹੈ, ਪਿਆਰ ਦਾ ਆਨੰਦ ਜਿਹੜਾ ਹੈ ਮਾਣਿਆ ਜਾ ਸਕਦਾ ਹੈ। ਆਵੋ ਸੰਤ ਮਿਲਾ ਹਰ ਕਥਾ ਕਹਾਣੀਆਂ। ਆਓ ਸੰਤ ਜਨੋ, ਔਰ ਰਲ ਮਿਲ ਕੇ ਬੈਠੀਏ ਤੇ ਉਹਦੀਆਂ ਵਾਹਿਗੁਰੂ ਦੀਆਂ ਕਥਾ ਕਹਾਣੀਆਂ ਕਰੀਏ, ਉਹਦੀਆਂ ਬਾਤਾਂ ਪਾਈਏ। ਅੰਦਿਨ ਸਿਮਰੇ ਨਾਮ ਤਜ ਲਾਜ ਲੁਕਾਣੀਆਂ। ਲੋਕਾਂ ਦੀ ਲਾਜ ਅਰਥਾਤ ਇਹ ਕੋਈ ਮੈਨੂੰ ਕੀ ਕਹੇਗਾ, ਕੋਈ ਮੈਨੂੰ ਹੱਸਾ ਠੱਠਾ ਕਰੇਗਾ, ਕੋਈ ਮੇਰਾ ਮਜ਼ਾਕ ਉਡਾਏਗਾ, ਇਹ ਆਮ ਹੁੰਦਾ ਹੀ ਹੈ। ਕਹਿੰਦਾ ਤੂੰ ਕੀ ਭਾਈ ਬਣਿਆ ਹੋਇਆ, ਤੂੰ ਇੱਥੇ ਕੋਈ, ਮੈਨੂੰ ਯਾਦ ਹੈ ਜਦ ਨਵਾਂ ਸ਼ਿਪ ਤੇ ਗਿਆ ਤੇ ਆਪਣੇ ਕੋਈ ਦੋਸਤ ਵੀ ਸੀਗੇ, ਹਾਲਾਂਕਿ ਹੁਣ ਇਸ ਪਾਸੇ ਲੱਗ ਕੇ ਗਈ, ਉਹਨਾਂ ਨੇ ਵੀ ਛੱਡ ਦਿੱਤੀ, ਤੇ ਕਹਿੰਦੇ ਲੈ ਇੱਥੇ ਅਸੀਂ ਹੁਣ ਕੋਈ ਧਰਮ ਕਮਾਨ ਥੋੜੀ ਆਏ ਹਾਂ ਮਰਚੈਂਟ ਦੇ ਵਿੱਚ, ਜੇ ਦਾਰੂ ਦੂਰੂ ਨਾ ਪੀਤੀ ਤੇ ਭਾਈ ਥੋੜੀ ਬਣਨਾ ਆਪਾਂ। ਤੇ ਹੁਣ ਉਹ ਵੀ ਛੱਡ ਗਏ ਨੇ, ਖੈਰ ਚਲੋ ਚੰਗੀ ਗੱਲ ਹੈ। ਸੋ ਕਹਿਣ ਦਾ ਮਤਲਬ ਹੈ ਤਾਂ ਪੀਅਰ ਪ੍ਰੈਸ਼ਰ ਮਾੜੀਆਂ ਮੱਤਾਂ ਦੇ ਨਾਲੇ ਜ਼ਿਆਦਾ ਹੁੰਦੇ ਨੇ। ਮੈਂ ਉਹਨੂੰ ਬੈਨੀਫਿਟ ਆਫ ਡਾਊਟ ਦਿੰਦਾ, ਮੈਂ ਨਹੀਂ ਕਹਿੰਦਾ ਕੋਈ ਸਾਜ਼ਿਸ਼ ਕਰਦੇ ਨੇ, ਉਹ ਅਚੇਤ ਮਨ ਆਪਣੀ ਵੋਟਾਂ ਲੱਭਦਾ ਹੈ। ਕਿਉਂਕਿ ਤੁਸੀਂ ਦੇਖੋ, ਇੱਕ ਸਿਚੁਏਸ਼ਨ ਦੇਖੋ, ਇੱਕ ਪਿੰਡ ਹੈ, ਉਹ ਪਿੰਡ ਆਪਣੇ ਵਿੱਚ ਇੱਕ ਯੂਨਿਟ ਹੈਗੀ ਹੈ, ਇਕਾਈ ਹੈਗੀ ਹੈ। ਉਸ ਪਿੰਡ ਵਿੱਚ ਇੱਕ ਇਕੱਲਾ ਬੰਦਾ ਜੇ ਕੋਈ ਸ਼ਰਾਬੀ ਹੋਏਗਾ ਨਾ, ਉਹਦੇ ਲਈ ਸ਼ਰਾਬ ਪੀਣੀ ਬੜੀ ਔਖੀ ਹੈ, ਕਿਉਂ ਇਕੱਲਾ ਬੰਦਾ ਨਾ, ਤੇ ਉਹਨੂੰ ਇਕੱਲੇ ਨੂੰ ਡਾਂਟਣਾ ਡਪਟਣਾ ਜਾਂ ਉਹਨੂੰ ਸ਼ਰਮਿੰਦਾ ਕਰਨਾ ਬੜਾ ਸੌਖਾ ਹੈ। ਤੇ ਉਹਦੀ ਇਹ ਤਾਂ ਹੋਏਗੀ ਕਿ ਚਾਰ ਹੋਰ ਮੇਰੇ ਨਾਲ ਜੁੜ ਜਾਣ ਤੇ ਫਿਰ ਕੰਮ ਔਖਾ ਹੋ ਜਾਏਗਾ ਇਹਨਾਂ ਲਈ, ਫਿਰ ਪਿੰਡ ਦੇ ਬੰਦੇ ਫਿਰ ਇਹਨੂੰ ਪ੍ਰਵਾਨ ਕਰ ਲੈਣਗੇ। ਸੋ ਜਿਹੜੀ ਸਾਡੀ ਵੈਲਿਊਜ਼ ਜਿਹੜੀਆਂ ਨੇ ਉਹ ਸਮਾਜ ਕਿਵੇਂ ਕਬੂਲ ਕਰਦਾ ਹੈ? ਇੱਦਾਂ ਹੀ ਕਵੇ। ਹੁਣ ਦੇਖੋ, ਵਿਆਹਾਂ 'ਚ ਸ਼ਰਾਬ ਪਿਲਾਈ ਜਾਂਦੀ ਹੈ, ਕਿਉਂਕਿ ਹੁਣ ਜਦ ਉੱਥੇ ਵੱਡੇ ਵੀ ਆਉਂਦੇ ਨੇ, ਛੋਟੇ ਵੀ ਆਉਂਦੇ ਨੇ, ਜਦ ਵਿਆਹ ਵਿੱਚ ਸ਼ਰਾਬ ਪਿਲਾਈ ਜਾ ਰਹੀ ਹੈ ਤੇ ਤੁਹਾਡਾ ਮਾਈਂਡ ਐਕਸੈਪਟ ਕਰ ਲੈਂਦਾ ਹੈ ਕਿ ਇਹ ਕੋਈ ਮਾੜੀ ਗੱਲ ਨਹੀਂ, ਕਿਸੇ ਨੇ ਕਿਹਾ ਵੀ ਨਹੀਂ, ਪਰ ਇੱਕ ਤੁਹਾਡੇ ਤੋਂ ਅੰਦਰ ਗੱਲ ਬਣ ਜਾਂਦੀ ਹੈ। ਕਿਉਂਕਿ ਜੇ ਜਿਹੜਾ ਕੰਮ ਵਿਆਹ ਤੇ ਹੋ ਰਿਹਾ, ਖੁਸ਼ੀ ਦੇ ਮੌਕੇ ਤੇ ਹੋ ਰਿਹਾ, ਉਹ ਮਾੜਾ ਕਿਵੇਂ ਹੋ ਸਕਦਾ? ਇਹਨੂੰ ਐਕਸੈਪਟ ਕਰ ਲਿਆ ਜਾਂਦਾ, ਇੱਕ ਕਰਦਾ ਦੂਜਾ ਕਰਦਾ, ਹੌਸਲਾ ਮਿਲ ਜਾਂਦਾ। ਇੱਦਾਂ ਹੀ ਲਿਬਾਸ ਦੇ ਉੱਤੇ ਹੁੰਦਾ, ਸਾਦਗੀ ਨੰਗੇਜ ਪੁਣੇ ਦੀ ਗੱਲ ਹੈਗੀ ਹੈ। ਮਤਲਬ ਕਿ ਜਿਵੇਂ ਜਿਵੇਂ ਕੋਈ ਬੰਦਾ, ਇੱਕ ਹੋ ਰਿਹਾ ਮਨੁੱਖ ਦੀ ਬਿਰਤੀ ਹੈ ਕਿ ਮਨੁੱਖ ਮਾੜੇ ਵਾਲੇ ਪਾਸੇ ਛੇਤੀ ਜਾਂਦਾ, ਇਹ ਮਨੁੱਖ ਦੀ ਬਿਰਤੀ ਹੈ। ਕਹਿੰਦੇ ਚੰਗਿਆਈ ਅਲਗ ਕਰੇ, ਬੁਰਿਆਈ ਹੋਏ ਸ਼ੇਰ, ਠੀਕ ਹੈ ਨਾ। ਸੋ ਇਹ ਤੇ ਅਸੀਂ ਇਹ ਤਜ ਲਾਜ ਲੁਕਾਣੀਆਂ ਜਿਹੜੀ ਹੈ ਲੋਕਾਚਾਰੀ ਹੈ, ਇਹ ਬਹੁਤ ਹੀ ਖਤਰਨਾਕ ਚੀਜ਼ ਹੈ, ਪੀਅਰ ਪ੍ਰੈਸ਼ਰ। ਤੇ ਉਹਦਾ ਤਰੀਕਾ ਇੱਕੋ ਹੀ ਹੈ ਕਿ ਤੁਸੀਂ ਗੁਰੂ ਨੂੰ ਆਪਣਾ ਮਿੱਤਰ ਬਣਾਓ, ਗੁਰੂ ਨੂੰ ਆਪਣਾ ਦੋਸਤ ਬਣਾਓ। ਬਹੁਤ ਜ਼ਿਆਦਾ ਸਹੇਲਪੁਣਾ ਜਾਂ ਦੋਸਤੀ ਯਾਰੀ, ਇਹ ਜਿਹੜੀ ਚੀਜ਼ਾਂ ਹੈ ਬਰਬਾਦੀ ਵਾਲੀ ਲੈ ਕੇ ਜਾਂਦੀਆਂ ਨੇ। ਪੈਸੇ ਦਾ ਨੁਕਸਾਨ, ਸਮੇਂ ਦਾ ਵੀ ਨੁਕਸਾਨ, ਤੇ ਉਹ ਨਿੰਦਾ ਚੁਗਲੀ ਹੁੰਦੀ, ਉੱਥੇ ਹੋਰ ਕੀ ਗੱਲਾਂ ਹੁੰਦੀਆਂ। ਸੋ ਗੁਰਮੁਖਾਂ ਦੀ ਸੰਗਤ ਕਰੋ, ਬਾਣੀ ਪੜ੍ਹੋ, ਬਾਣੀ ਵਿਚਾਰੋ, ਉਹ 'ਚ ਟਾਈਮ ਉਹ ਸਾਰਥਕ ਹੁੰਦਾ ਹੈ। ਬਾਕੀ ਲੋਕ ਟਾਈਮ ਪਾਸ ਕਰਦੇ ਨੇ, ਪਰ ਜਿਹੜੇ ਗੁਰਮੁਖ ਨੇ ਉਹ ਆਪਣੇ ਟਾਈਮ ਨੂੰ, ਆਪਣੇ ਸਮੇਂ ਨੂੰ ਲੇਖੇ ਚਲਾਉਂਦੇ ਨੇ। ਸੋ ਇਹਦਾ ਇਹ ਤਜ ਲਾਜ ਲੁਕਾਣੀਆਂ ਤੇ ਬਹੁਤ ਵੱਡੀ ਗੱਲ ਹੈਗੀ ਹੈ। ਬੜੇ ਬੰਦੇ, ਮਤਲਬ ਕਿ ਮੈਂ ਦੇਖਦਾ ਕੋਈ ਬੰਦੇ ਨੇ ਮਾੜੀ ਕੋਈ ਟਿੱਪਣੀ ਕਰਤੀ, ਕੁਝ ਜੋ ਕਰਤਾ, ਕੋਈ ਟੀਚਰ ਕਰਤੀ, ਉਹਨੂੰ ਇੰਨਾ ਦਿਲ ਨੂੰ ਲਾ ਲੈਂਦੇ ਨੇ ਕਿ ਉਹਦਾ ਕਾਰਨ ਇਹ ਵੀ ਕਿਉਂਕਿ ਉਹ ਮਨ ਦੇ ਤੌਰ ਤੇ ਮਨੋਂ ਬੜੇ ਕਮਜ਼ੋਰ ਹੁੰਦੇ ਨੇ, ਕੌਨਫੀਡੈਂਸ ਨਹੀਂ ਹੁੰਦਾ ਉਹਨਾਂ 'ਚ। ਤੇ ਉਹ ਆਤਮਿਕ ਬਲ ਜਿਹੜਾ ਹੈ ਉਹ ਸਾਨੂੰ ਗੁਰਬਾਣੀ ਤੋਂ ਹੀ ਮਿਲਦਾ ਹੈ, ਠੀਕ ਹੈ। ਸੋ ਪਹਿਲੇ ਗੁਣਾਂ ਵਿੱਚ ਅਸੀਂ ਦੇਖਣਾ ਹੈ ਵੀ ਹੁਣ ਦਾਸ ਨੇ ਜਿਹੜਾ ਦਿਮਾਗ 'ਚ ਜਿੰਨੀ ਕੁ ਬੁੱਧੀ ਹੈ, ਮੈਂ
गुण तो बहुत सारे ने, पर ਜਿਹੜੇ आम ਸਾਡੀ ਜ਼ਿੰਦਗੀ ਨਾਲ रोजमर्रा की जिंदगी ਨਾਲ जुड़े हुए हैं और अत जरूरी ने, ਤੇ ਜਿਹਦੇ ਨਾਲ ਸਾਡੀ ਜ਼ਿੰਦਗੀ ਬੜੀ ਸੰਵਰ ਸਕਦੀ ਹੈ ਸਾਡੇ ਸਾਰਿਆਂ ਦੀ, ਅਗਰ ਅਸੀਂ ਇਹਨਾਂ ਵੱਲ ਧਿਆਨ ਦੇਈਏ। ਸਾਡਾ ਪਰਿਵਾਰਕ ਜੀਵਨ ਵੀ, ਸਾਡਾ ਸਮਾਜਿਕ ਜੀਵਨ ਵੀ, ਸਾਡਾ ਨਿੱਜੀ ਜੀਵਨ ਵੀ ਉਹ ਇੱਕ ਚੰਗੀ ਦਿਸ਼ਾ ਲੈ ਸਕਦਾ ਹੈ। ਸੋ ਧਰਮ ਦੀ ਕਿਰਤ ਕਰਨੀ, ਅਸੀਂ ਸਾਰੇ ਕਿਰਤ ਤੇ ਕਰਦੇ ਹਾਂ, ਪਰ ਧਰਮ ਦੀ ਕਿਰਤ ਵਿਰਲੀ ਕਰਦੇ ਨੇ, ਕਿਰਤ ਸਾਰੇ ਕਰਦੇ ਨੇ। ਇਹਦੇ ਬਾਰੇ ਸਾਡੇ ਜੋ ਮਾਪਦੰਡ ਨੇ ਗੁਰੂ ਸਾਹਿਬ ਨੇ ਰੱਖੇ ਨੇ, ਉਹ ਹੈ ਕਿ ਮਹਿਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਮੁਸਲਮਾਨ ਸੂਰ ਖਾਣ ਨੂੰ ਘੋਰ ਪਾਪ ਸਮਝਦਾ ਹੈ, ਭਾਵੇਂ ਉਹ ਕਿਰਦਾਰ ਪੱਖੋਂ ਜਾਂ ਜਿੱਦਾਂ ਮਰਜ਼ੀ ਹੋਵੇ, ਚੋਰੀ ਕਰਦਾ ਹੋਵੇ, ਜੋ ਮਰਜ਼ੀ ਕਰਦਾ ਹੋਵੇ, ਉਹ ਸੂਰ ਦਾ ਮਾਸ ਨਹੀਂ ਖਾਏਗਾ। ਹਿੰਦੂ ਗਾਂ ਦਾ ਮਾਸ ਨਹੀਂ ਖਾਂਦਾ, ਐਕਸੈਪਸ਼ਨਸ ਹੁੰਦੀਆਂ ਨੇ। ਮੈਂ ਜਹਾਜ਼ ਤੇ ਦੇਖੇ ਨੇ ਹਿੰਦੂ ਗਾਂ ਦਾ ਮਾਸ ਖਾਂਦੇ, ਤੇ ਉਹਨੂੰ ਲੱਗਦਾ ਕਿ ਅਸੀਂ ਸਮੁੰਦਰ 'ਚ ਹੈਗੇ ਹਾਂ, ਸਾਨੂੰ ਕਿਹੜਾ ਕਿਸੇ ਨੇ ਦੇਖਣਾ ਹੈ, ਤੇ ਉਹ ਖਾਂਦੇ ਨੇ। ਤੇ ਮੈਂ ਪੁੱਛਿਆ, ਮੈਂ ਕਿਹਾ ਉੱਥੇ ਕਿੱਦਾਂ ਕਰਦੇ ਹੋ? ਕਹਿੰਦੇ ਉੱਥੇ ਅਸੀਂ ਫਿਰ ਗਾਂ ਦੇ ਹੱਕ ਵਿੱਚ ਨਾਅਰੇ ਲਾਈਦੇ ਨੇ, ਹੱਸ ਕੇ ਵੀ ਇੱਦਾਂ ਕਹਿ ਦਿੰਦੇ ਨੇ। ਸੋ ਕਈਆਂ ਲਈ ਧਰਮ ਇੱਕ ਮਜ਼ਾਕ ਬਣ ਜਾਂਦਾ ਹੈ। ਸੋ ਮੈਂ ਉਹਨਾਂ ਨੂੰ ਕਹਿੰਦਾ ਸੀ, ਇੱਕ ਮੇਰੇ ਦੋਸਤ ਨੇ ਜਨੂ ਪਾਇਆ ਹੋਇਆ ਸੀਗਾ, ਉਹ ਵੀ ਗਾਂ ਦਾ ਮਾਸ ਖਾ ਲੈਂਦੇ। ਮੈਂ ਕਿਹਾ ਤੂੰ ਗਾਂ ਦਾ ਮਾਸ ਕਾਹਤੇ ਖਾ ਰਿਹਾ, ਤੂੰ ਜਨੂ ਪਾਇਆ ਹੋਇਆ? ਤੇ ਉਹ ਕਹਿੰਦਾ ਯਾਰ ਉਹਨੂੰ ਪਿਓ ਨੇ ਪਾ ਦਿੱਤਾ। ਉਹ ਕਹਿੰਦਾ ਮੇਰੀ ਕੋਈ ਧਰਮ 'ਚ ਰੁਚੀ ਨਹੀਂ ਹੈਗੀ। ਇਸ ਤਰ੍ਹਾਂ ਦੇ ਬੰਦੇ ਵੀ ਹੈਗੇ ਨੇ। ਪਰ ਮੋਟੇ ਤੌਰ 'ਤੇ ਅਸੀਂ ਦੇਖਦੇ ਹਾਂ, ਮੈਂ ਇਹ ਗੱਲ ਤਾਂ ਦੱਸ ਰਿਹਾ ਵੀ ਅਸੀਂ ਐਕਸੈਪਸ਼ਨਸ ਨੂੰ ਵਰਤ ਕੇ ਕਿਸੇ ਆਰਗੂਮੈਂਟ ਨੂੰ ਕਾਊਂਟਰ ਨਹੀਂ ਕਰ ਸਕਦੇ। ਬੰਦਾ ਕਹਿ ਸਕਦਾ ਨਹੀਂ ਜੀ ਮੈਂ ਤੇ ਦੇਖਿਆ ਮੁਸਲਮਾਨ ਸੂਰ ਦਾ ਮਾਸ ਖਾਂਦਾ, ਮੈਂ ਤੇ ਹਿੰਦੂ ਦੇਖਿਆ। ਇਸ ਕਰਕੇ ਮੈਂ ਪਹਿਲੀ ਆਗਾਹ ਕਰ ਰਿਹਾ ਵੀ ਜਨਰਲ ਆਮ ਤੌਰ 'ਤੇ ਅਸੀਂ ਦੇਖਾਂਗੇ ਵੀ ਹਿੰਦੂ ਗਾਂ ਦਾ ਮਾਸ ਨਹੀਂ ਖਾਂਦੇ, ਇਹਨੂੰ ਘੋਰ ਪਾਪ ਸਮਝਦੇ ਨੇ। ਸੋ ਗੁਰੂ ਸਾਹਿਬ ਨੇ ਕਿਹਾ ਭਾਈ ਜਿਵੇਂ ਇੱਕ ਮੁਸਲਮਾਨ ਸੂਰ ਦੇ ਮਾਸ ਨੂੰ ਖਾਣ ਦਾ ਪਾਪ ਸਮਝਦਾ ਹੈ, ਗਾਂ ਦੇ ਮਾਸ ਨੂੰ ਖਾਣਾ ਪਾਪ ਸਮਝਦਾ ਹੈ, ਇਸ ਤਰ੍ਹਾਂ ਤੁਸੀਂ ਪਰਾਏ ਹੱਕ ਨੂੰ ਖਾਣਾ ਪਾਪ ਸਮਝੋ। ਵੀ ਜੋ ਤੁਸੀਂ ਡਿਜ਼ਰਵ ਨਹੀਂ ਕਰਦੇ, ਚੋਰੀ ਕੀਤੀ, ਹੇਰਾਫੇਰੀ ਕੀਤੀ, ਝੂਠ ਬੋਲਿਆ, ਘੱਟ ਤੋਲਿਆ, ਬੜੀ ਧਰਮ ਦੀ ਕਿਰਤ ਨਹੀਂ ਨਾ ਹੋਈ। ਛਲ ਕਪਟ ਕੀਤਾ, ਹੇਰਾਫੇਰੀ ਕੀਤੀ। ਨਾਟ ਓਨਲੀ ਦੈਟ, ਭਾਵੇਂ ਤੁਸੀਂ ਕਹੋ ਜੀ ਮੈਂ ਕੋਈ ਚੋਰੀ ਨਹੀਂ ਕੀਤੀ, ਮੈਂ ਕੋਈ ਡਾਕਾ ਨਹੀਂ ਮਾਰਿਆ, ਪਰ ਕਈ ਬੰਦੇ ਜਿਹੜੀ ਸਰਵਿਸਿਜ਼ ਦਿੰਦੇ ਨੇ ਉਹਦੇ ਲਈ ਚਾਰਜਿਸ ਕਰਦੇ ਨੇ, ਜਾਂ ਨੌਕਰੀ ਕਰਦੇ ਨੇ, ਤਨਖਾਹ ਮਿਲਦੀ ਹੈ, ਉਹ ਨੌਕਰੀ ਇਮਾਨਦਾਰੀ ਨਾਲ ਨਹੀਂ ਕਰਦੇ, ਉਹ ਕੰਮ ਚੋਰੀ ਕਰਦੇ ਨੇ, ਜਾਂ ਸਰਵਿਸਿਜ਼ ਠੀਕ ਤਰ੍ਹਾਂ ਨਹੀਂ ਦਿੰਦੇ, ਆਪਣੇ ਕਸਟਮਰ ਨੂੰ ਧੋਖਾ ਦਿੰਦੇ ਨੇ, ਤੇ ਉਹ ਵੀ ਹੱਕ ਪਰਾਇਆ ਹੀ ਹੈਗਾ। ਗੁਰ ਪੀਰ ਹਾਮਾ ਤਾਂ ਪਰੇ ਜਾਮ ਮੁਰਦਾਰ ਨਾ ਖਾਏ। ਮੁਰਦਾਰ ਦਾ ਉਹਦੇ ਹਰਾਮ। ਹੁਣ ਗੁਰੂ ਸਾਹਿਬ ਕਾਜ਼ੀ ਨੂੰ ਸਮਝਾ ਰਹੇ ਨੇ, ਕਹਿੰਦੇ ਹਾਮਾ ਮੈਨੇ ਹਾਮੀ, ਅਰਥਾਤ ਗੁਰੂ ਔਰ ਪੀਰ ਤੁਹਾਡੇ ਹੱਕ ਵਿੱਚ ਤਾਂ ਖੜਾ ਹੋਇਆ ਕਿਉਂਕਿ ਮੁਸਲਮਾਨਾਂ ਦਾ ਵਿਸ਼ਵਾਸ ਹੈ ਕਿ ਜੇ ਤੁਸੀਂ ਕਲਮਾ ਪੜ੍ਹ ਲਿਆ, ਮੁਹੰਮਦ ਸਾਹਿਬ ਨੂੰ ਆਪਣਾ ਪੈਗੰਬਰ ਮੰਨ ਲਿਆ, ਤੇ ਅੱਲਾ ਤੁਹਾਡੇ ਨਾਲ ਹੈ, ਮੁਹੰਮਦ ਸਾਹਿਬ ਤੁਹਾਡੀ ਗਵਾਹੀ ਭਰਨਗੇ ਤੇ ਤੁਸੀਂ ਬੇਸ਼ਤ ਵਿੱਚ ਚਲੇ ਜਾਓਗੇ। ਹੁਣ ਗੁਰੂ ਸਾਹਿਬ ਨੇ ਇੱਦਾਂ ਦੀ ਗਰੰਟੀਆਂ ਨਹੀਂ ਦਿੱਤੀਆਂ ਸਾਨੂੰ। ਗੁਰੂ ਸਾਹਿਬ ਗੁਰਬਾਣੀ 'ਚ ਲਿਖਿਆ ਵੀ ਜਾਂ ਸਿੱਖਾਂ ਮੈਂ ਚੂਕ, ਸਾਚਾ ਗੁਰੂ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ, ਅੰਤਰ ਕਪਟ ਚਕਾਵੋ ਗੁਰ ਸਿੱਖੋ। ਗੁਰੂ ਸਾਹਿਬ ਨੇ ਤੇ ਇਹ ਗੱਲ ਦੀ ਪ੍ਰੇਰਣਾ ਕੀਤੀ, ਕਿਤੇ ਇਹ ਨਹੀਂ ਪ੍ਰੇਰਣਾ ਕੀਤੀ ਤੁਸੀਂ ਸਿੱਖ ਬਣ ਜਾਓ, ਅੰਮ੍ਰਿਤ ਛਕ ਲਓ ਤੇ ਹੁਣ ਤੁਹਾਨੂੰ ਸਾਰੇ ਗੁਨਾਹ ਮਾਫ ਹੈਗੇ ਨੇ। ਇਹ ਰਸਤਾ ਸਾਡਾ ਨਹੀਂ ਹੈਗਾ। ਸੋ ਗੁਰਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ, ਜੇ ਹਰਾਮ ਨਹੀਂ ਖਾਂਦਾ। ਕਹਿੰਦੇ ਗੱਲੀ ਪਿਸਤ ਨਾ ਜਾਈਏ, ਵੀ ਜੇ ਤੂੰ ਪਿਸਤ ਜਾਣਾ ਲੋਚਦਾ ਵੀ ਹੈ ਤੇ ਗੱਲੀ ਬਾਤੀ ਨਹੀਂ ਹੋਣਾ। ਛੁੱਟਾ ਸੱਚ ਕਮਾਏ, ਸੱਚ ਦੀ ਕਮਾਈ ਕਰਕੇ, ਸੱਚ ਨੂੰ ਜੀਵਨ ਵਿੱਚ ਅਪਣਾ ਕੇ, ਉਹਨੂੰ ਅਮਲ ਵਿੱਚ ਲਿਆ ਕੇ ਤਾਂ ਛੁਟਕਾਰਾ ਹੋਣਾ, ਤਾਂ ਮੁਕਤੀ ਹੋਣੀ ਹੈ। ਮਾਰਨ ਪਾਏ ਹਰਾਮ ਮੈਂ, ਮਾਰਨ ਦੇ ਮਸਾਲੇ ਹਰਾਮ में, ਹਰਾਮ ਦੇ ਖਾਣੇ ਵਿੱਚ ਚੁਸਤੀ ਚਲਾਕੀ ਦੇ ਹਵਾਲੇ, ਮਲੀ ਮਸਾਲੇ ਪਾ ਲੈਣੇ। ਤੇ ਬੰਦਾ ਫਿਰ ਨਾ ਉਹ ਜਸਟੀਫਾਈ ਕਰਦਾ ਹੈ, ਨਹੀਂ ਜੀ ਦੇਖੋ ਮੈਂ ਥੋੜੀ ਆਪਣੇ ਲਈ ਕੀਤਾ, ਬੰਦਾ ਨਿਆਣਿਆਂ ਲਈ ਕਰਦਾ ਹੈ, ਮੈਂ ਆਪਣੀ ਜਨਾਨੀ ਲਈ ਕੀਤਾ, ਜਾਂ ਸਾਡਾ ਇਹ ਸੀਗਾ ਉਸ, ਜਾਂ ਦੇਖੋ ਜੀ ਸਾਰੇ ਹੀ ਕਰਦੇ ਨੇ, ਮਿਨਿਸਟਰ ਤੇ ਦੇਖੋ ਜੀ ਕਰੋੜਾਂ ਦਾ ਘਪਲਾ ਕਰਦੇ ਨੇ, ਮੈਂ ਤੇ ਕੁਝ ਹਜ਼ਾਰ ਦਾ ਹੀ ਕੀਤਾ। ਸੋ ਇਹ ਕਹਿੰਦੇ ਵੀ ਇਹ ਜਿਹੜੀਆਂ ਚੀਜ਼ਾਂ ਨੇ, ਇਹ ਗੱਲਾਂ ਕਰਕੇ ਹੋਏ ਹਲਾਲ ਨਾ ਜਾਏ, ਉਹ ਹਰਾਮ ਦਾ ਕਮਾਈ ਜਿਹੜੀ ਹੈ ਉਹ ਹਲਾਲ ਦੀ ਨਹੀਂ ਬਣ ਜਾਂਦੀ, ਉਹ ਹੱਕ ਦੀ ਨਹੀਂ ਬਣ ਜਾਂਦੀ। ਨਾਨਕ ਗੱਲੀ ਕੂੜੀ ਕੂੜੋਂ ਪੱਲੇ ਪਾਏ। ਕੂੜ ਦੀਆਂ ਗੱਲਾਂ ਦੇ ਨਾਲ, ਕੂੜ ਦੀ ਖੇਤੀ ਕਰਨ ਦੇ ਨਾਲ ਕੂੜ ਦੀ ਫਸਲ ਹੀ ਵੱਢਣੀ ਪਏਗੀ। ਕੂੜੋਂ ਪੱਲੇ ਪਾਏ। ਭਗਤ ਕਬੀਰ ਜੀ ਨੇ ਵੀ ਸਾਨੂੰ ਸੁਚੇਤ ਕੀਤਾ ਹੈ, ਕਹਿੰਦੇ ਬਹੁ ਪਰਪੰਚ ਕਰ ਪਰ ਧਨ ਲਿਆਵੇ। ਬੜੇ ਪਰਪੰਚ ਕਰਕੇ, ਚੁਸਤੀਆਂ ਚਲਾਕੀਆਂ ਕਰਕੇ ਪਰਾਇਆ ਧਨ ਲੈ ਕੇ ਆਉਂਦਾ ਹੈ। ਸੁਤ ਦਾਰਾ ਭਿਆਨ ਲੁਟਾਵੇ, ਨਿਆਣਿਆਂ ਤੇ ਵੋਟੀ ਤੇ ਲੁਟਾਉਂਦਾ ਹੈ, ਗਿਫਟ ਲੈ ਕੇ ਆਉਂਦਾ ਉਹਨਾਂ ਲਈ, ਬੜਾ ਖੁਸ਼ ਹੁੰਦਾ ਹੈ ਕਿ ਮੈਂ ਬੜਾ ਤੀਰ ਮਾਰਿਆ। ਪਰ ਕਹਿੰਦੇ ਮਨ ਮੇਰੇ ਭੁੱਲੇ ਕਪਟ ਨਾ ਕੀਚੈ, ਭੁੱਲ ਕੇ ਵੀ ਕਪਟ ਨਾ ਕਰ, ਅੰਤ ਨਿਵੇਰਾ ਤੇਰੇ ਜੀ ਪੈ ਲੀਜੈ। ਉਦੋਂ ਤੂੰ ਇਹ ਨਹੀਂ ਕਹਿ ਸਕਦਾ ਮੈਂ ਉਹਨਾਂ ਖਾਤਰ ਕੀਤਾ, ਮੈਂ ਉਹਨਾਂ ਖਾਤਰ ਕੀਤਾ। ਧਰਤ ਧੋ
ਧੋਰਾ ਮਨੇ ਧਰੋ ਠੱਗੀ, ਧਰਤ ਮਨੇ ਧਾਰਦਾ ਹੈ। ਮਾਇਆ ਦੇ ਲਾਲਚ ਅਧੀਨ ਮਨੁੱਖ ਕਈ ਤਰ੍ਹਾਂ ਦੇ ਧਰੋ ਠੱਗੀਆਂ ਆਪਣੇ ਹਿਰਦੇ 'ਚ ਧਾਰਦਾ ਹੈ। ਅਨੇਕ ਛਲ ਜਾਣਦਾ ਹੈ ਤੇ ਬੜੀਆਂ ਚੁਸਤੀਆਂ ਚਲਾਕੀਆਂ ਛਲ ਕਪਟੀ ਜਾਣਦਾ ਹੈ। ਤੇ ਕੌਡੀ ਕੌਡੀ ਕੋ ਖਾਕ ਸਿਰ ਛਾਨਦਾ ਹੈ। ਕੌਡੀਆਂ ਕੌਡੀਆਂ ਇਕੱਠੀਆਂ ਕਰਨ ਲਈ, ਕੌਡੀ ਕੌਡੀ ਲਈ ਸਿਰ ਤੇ ਸੁਆਹ ਪਾਉਂਦਾ, ਰਾਮੀ ਖੜਦਾ ਹੈ। ਜਿਨ ਦੀਆ ਕਿਸੇ ਨਾ ਚੇਤੈ ਮੂਲ, ਜਿਸ ਵਾਹਿਗੁਰੂ ਨੇ ਦਿੱਤਾ ਹੈ ਸਭ ਕੁਛ, ਇਹ ਸਰੀਰ ਦਿੱਤਾ ਹੈ, ਇਹ ਜੀਵਨ ਦਿੱਤਾ ਹੈ, ਜੋ ਦਾਤਾ ਹੈ, ਮੂਲ ਮੈਨੇ ਉੱਕਾ ਹੀ, ਬਿਲਕੁਲ ਉਹਨੂੰ ਬਿਲਕੁਲ ਵੀ ਨਹੀਂ ਸਿਮਰਦਾ। ਮਿਥਿਆ ਲੋਭ ਨਾ ਉਤਰੈ ਸੂਲ, ਇਹ ਜਿਹੜਾ ਨਾਸ਼ਵਾਨ ਲਾਲਚ ਜਿਹੜਾ ਹੈ ਉਹਦੇ ਅੰਦਰ ਬੈਠਾ ਹੋਇਆ, ਇਹ ਸੂਲ ਦੀ ਤਰ੍ਹਾਂ, ਕੰਡੇ ਦੀ ਤਰ੍ਹਾਂ ਕੰਮ ਕਰਦਾ, ਉਹਨੂੰ ਦੁੱਖ ਦਿੰਦਾ ਹੈ। ਤੇ ਉਹਦੀ ਚੋਭ ਜਿਹੜੀ ਹੈ ਜਦ ਤੱਕ ਸਿਮਰਨ ਨਾਲ ਨਹੀਂ ਜੁੜਦਾ ਉਹ ਜਾਂਦੀ ਨਹੀਂ ਹੈਗੀ। ਗੁਰੂ ਸਾਹਿਬ ਨੇ ਸਾਨੂੰ ਬੜਾ ਕਮਾਲ ਦਾ ਰਸਤਾ ਦੱਸਿਆ, ਕਹਿੰਦੇ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ। ਜਿਸ ਘਰ ਵਿੱਚ ਬਹੁਤ ਜ਼ਿਆਦਾ ਦੌਲਤ ਆ ਜਾਂਦੀ ਹੈ ਉਹ ਫਿਰ ਚਿੰਤਾ ਫਿਕਰ ਵੀ ਨਾਲ ਹੀ ਆ ਜਾਂਦੇ ਨੇ, ਵੀ ਕਿਤੇ ਘਟ ਨਾ ਜਾਏ, ਖੁੱਸ ਨਾ ਜਾਏ। ਜਿਸ ਗ੍ਰਹਿ ਥੋੜੀ ਸੋ ਫਿਰੇ ਭ੍ਰਮੰਤਾ, ਜਿਹੜੇ ਥੋੜੀ ਹੈਗੀ ਉਹ ਭਟਕਦਾ ਰਹਿੰਦਾ ਹੈ, ਜਿਹੜਾ ਇਮਾਨਦਾਰੀ ਨਾਲ ਕੰਮ ਨਹੀਂ ਕਰਦਾ, ਆਲਸੀ ਹੈ। ਬੜੇ ਬੰਦੇ ਨੇ ਇੱਕ ਦਿਨ ਕੰਮ ਕਰਦੇ ਨੇ, 2 ਦਿਨ ਦਾਰੂ ਪੀ ਲੈਂਦੇ ਨੇ, 2 ਦਿਨ ਕੰਮ ਕਰਦੇ ਨੇ। ਅਸੀਂ ਮਜ਼ਦੂਰ ਵਰਗ ਵਿੱਚ ਦੇਖਦੇ ਹਾਂ, ਮੈਂ ਕਈ ਵਾਰ ਦੇਖਦਾ ਮਜ਼ਦੂਰ ਵਰਗ ਤਰੱਕੀ ਕਿਉਂ ਨਹੀਂ ਕਰ ਪਾਉਂਦਾ। ਉਹ ਜਿੱਦਾਂ ਦੇਖਿਆ ਵੀ ਉਹ ਕੰਮ ਕੀਤਾ, ਪੈਸੇ ਹੱਥ ਆ ਗਏ, ਅਗਲੇ ਦਿਨ ਆਏ ਨਹੀਂ, ਕੰਮ 'ਚ ਨਹੀਂ ਆਏ, ਨਸ਼ੇ ਕਰਦੇ ਨੇ। ਸੋ ਕਮਾਉਂਦੇ ਉਹੀ ਚੰਗਾ ਬਾਬਾ ਨੇ, ਜੋ ਢੰਗ ਨਾਲ ਤੁਰਨ ਤੇ ਉਹਨਾਂ ਦੀ ਹਾਲਤ ਵੀ ਸੁਧਰ ਸਕਦੀ ਹੈ। ਕਹਿੰਦੇ ਦੋਹੋ ਵਿਵਸਥਾ ਤੇਜੋ ਮੁਕਤਾ, ਸੋਈ ਸੁਹੇਲਾ ਪਾਲੀ ਹੈ। ਇੱਧਰੋਂ ਸਾਨੂੰ ਦਿਸ਼ਾ ਮਿਲਦੀ ਹੈ। ਗੁਰਸਿੱਖਾਂ ਦਾ ਮਕਸਦ ਧਨ ਇਕੱਠਾ ਕਰਨਾ, ਬਹੁਤ ਜ਼ਿਆਦਾ ਇਕੱਠਾ ਕਰਨਾ ਨਹੀਂ ਹੋਣਾ ਚਾਹੀਦਾ। ਜਿਹੜੀ ਕਿਤਾਬਾਂ ਬਣੀਆਂ ਹੋਈਆਂ ਥਿੰਕ ਬਿਗ ਐਂਡ ਗਰੋ ਰਿਚ, ਅਸੀਂ ਪੜ੍ਹੀਆਂ, ਉਹ ਤੁਹਾਨੂੰ ਭਰਮਾਉਂਦੀਆਂ ਨੇ। ਇਹ ਕਾਰਪੋਰੇਟ ਕਲਚਰ ਜਿਹੜਾ ਹੈਗਾ ਇਹ ਬੜਾ ਮਾਰੂ ਹੈਗਾ। ਉਹ ਕਲਚਰ ਕੀ ਹੈਗਾ, ਮਤਲਬ ਕਿ ਵਰਕ ਲਾਈਕ ਅ ਡੋਂਕੀ ਐਂਡ ਦੈਨ ਸਪੈਂਡ ਮੋਰ, ਮਤਲਬ ਕਿ ਜ਼ਿਆਦਾ ਕਮਾਓ ਤੇ ਜ਼ਿਆਦਾ ਖਰਚੋ। ਮੈਨੂੰ ਇੱਧਰੋਂ ਯਾਦ ਆ ਰਿਹਾ ਹੈ ਇੱਕ ਗੱਲ, ਮੈਂ ਆਪਣੇ ਇੱਥੇ ਘਰ ਬੱਚਿਆਂ ਨਾਲ ਸਾਂਝੀ ਕਰਦਾ ਤਾਂ ਕਿ ਉਹ ਅਗਾਹ ਹੋਣ, ਤੇ ਜ਼ੂਮ ਰਾਹੀਂ ਵੀ ਕੋਈ ਸੁਣ ਰਹੇ ਹੋਣਗੇ, ਮੈਂ ਦੱਸਾਂ ਬੱਚਿਆਂ ਨੂੰ ਖਾਸ ਤੌਰ ਤੇ। ਕਰੀਬ 15 ਸਾਲ ਪੁਰਾਣੀ ਗੱਲ ਹੈਗੀ ਹੈ। ਇੱਥੇ ਉੱਪਰ ਅਸੀਂ ਰਹਿੰਦੇ ਸੀਗੇ, 15 ਸਾਲ ਤੇ ਮੇਰੀ, ਅਸੀਂ ਹਲੇ ਨਵੇਂ ਨਵੇਂ ਆਏ ਸੀ, 13-14 ਸਾਲ ਹੋ ਗਏ ਹੋਣਗੇ। ਇੱਕ ਮੁੰਡਾ ਆਇਆ ਸੇਲਸਮੈਨ, ਤੇ ਉਹਨੇ ਬੂਹਾ ਖੜਕਾਇਆ। ਮੈਂ ਕਿਹਾ ਹਾਂਜੀ। ਕਹਿੰਦਾ ਸਰ ਸਾਡਾ ਕੋਈ ਕਾਰਡ ਹੈਗਾ, ਮੈਂਬਰਸ਼ਿਪ ਕਾਰਡ, ਕਲੱਬ ਦਾ ਮੈਂਬਰਸ਼ਿਪ ਕਾਰਡ ਹੈਗਾ, ਤੇ ਤੁਸੀਂ 500 ਰੁਪਏ ਖਰੇ 1000 ਰੁਪਏ ਡਿਪੋਜ਼ਿਟ ਕਰਨਾ ਹੈ। ਮੈਂ ਕਿਹਾ ਅੱਛਾ ਕੀ ਹੋਏਗਾ ਫਿਰ ਉਹਨਾਂ। ਕਹਿੰਦਾ ਸਰ ਜਿਸ ਤਰ੍ਹਾਂ ਤੁਸੀਂ ਈਟਿੰਗ ਆਊਟ ਬਾਹਰ ਰੈਸਟੋਰੈਂਟ ਜਾਂਦੇ ਹੋ, ਤੇ ਸਾਡੇ ਨਾਲ ਲਿਸਟਡ ਰੈਸਟੋਰੈਂਟਸ ਹੈਗੇ ਨੇ, ਤੇ ਉਹਦੇ 'ਚ ਨਾ ਤੁਹਾਨੂੰ ਡਿਸਕਾਊਂਟ ਮਿਲੇਗਾ। ਮੈਂ ਕਿਹਾ ਬਟ ਆਈ ਡੋਂਟ ਈਟ ਆਊਟ। ਕਹਿੰਦਾ ਅੱਛਾ ਸਰ ਜਿੱਦਾਂ ਤੁਸੀਂ ਮੂਵੀਜ਼ ਦੇਖਣ ਜਾਂਦੇ ਹੋ, ਤੇ ਮੂਵੀਜ਼ ਦੇ ਤੁਹਾਨੂੰ ਟਿਕਟ ਤੇ ਨਾ ਐਕਸਟਰਾ ਡਿਸਕਾਊਂਟ ਮਿਲੇਗਾ, ਤੁਹਾਨੂੰ ਪ੍ਰਾਇੋਰਟੀ ਦੀ ਟਿਕਟ ਮਿਲੇਗੀ। ਉਹਨੇ ਹੋਰ ਵੀ ਦੱਸਿਆ। ਮੈਂ ਬਟ ਆਈ ਡੋਂਟ ਵਾਚ ਮੂਵੀਜ਼, ਮੈਂ ਮੂਵੀਜ਼ ਹੀ ਨਹੀਂ ਦੇਖਦਾ। ਤੇ ਕਹਿੰਦਾ ਸਰ ਜਿੱਦਾਂ ਤੁਸੀਂ ਸ਼ਾਪਿੰਗ ਵਗੈਰਾ ਕਰਦੇ ਹੋ, ਤੇ ਉੱਤੇ ਵੀ ਜਿਹੜੀ ਲਿਸਟਡ ਸ਼ਾਪਸ ਹੈਗੀਆਂ ਨੇ ਉੱਤੇ ਤੁਹਾਨੂੰ ਨਾ ਐਕਸਟਰਾ ਡਿਸਕਾਊਂਟ ਮਿਲੇਗਾ। ਬਟ ਮੈਂ ਕਿਹਾ ਆਈ ਡੋਂਟ ਸ਼ਾਪ, ਤੇ ਮੈਂ ਸ਼ਾਪਿੰਗ ਵੀ ਨਹੀਂ ਕਰਦਾ। ਤੇ ਕਹਿੰਦਾ ਸਰ ਅੱਛਾ ਤੁਸੀਂ ਗੱਡੀ ਤੇ ਤੁਹਾਡੇ ਕੋਲ ਹੋਏਗੀ, ਤੁਸੀਂ ਪੈਟਰੋਲ ਪਾਓਗੇ ਨਾ ਤੇ ਤੁਹਾਨੂੰ ਉੱਤੇ ਵੀ ਡਿਸਕਾਊਂਟ ਮਿਲੇਗਾ। ਮੈਂ ਕਿਹਾ ਬਟ ਆਈ ਡੋਂਟ ਓਨ ਅ ਕਾਰ, ਆਈ ਡੋਂਟ ਹੈਵ ਅ ਕਾਰ। ਤੇ ਮੈਂ ਇਹ ਕਾਰ ਦੀ ਗੱਲ ਤੇ ਛੱਡ ਦਈਏ, ਕਾਰ ਤੇ ਚਲੋ ਲੋੜ ਹੈ ਬੰਦਿਆਂ ਦੀ, ਪਰ ਤੁਹਾਡੇ ਦਿਮਾਗ 'ਚ ਇੱਕ ਖਾਨੇ ਤੁਹਾਡੀ ਗੱਲ ਪਾ ਦਿੱਤੀ ਕਿ ਯੂ ਮਸਟ ਗੋ ਟੂ ਮੂਵੀਜ਼, ਯੂ ਮਸਟ ਈਟ ਆਊਟ ਐਂਡ ਯੂ ਮਸਟ ਸ਼ਾਪ। ਦੱਸੋ ਇਹ ਰਾਹ ਕੋਈ ਬੰਦਿਆਂ ਦਾ ਰਾਹ ਹੈਗਾ? ਇਹ ਵਿਹਲੇ ਹੈਗੇ ਅਸੀਂ ਵੀ ਸ਼ਾਪਿੰਗ ਕਰਦੇ? ਫਿਰ ਬੰਦੇ ਘਰਾਂ 'ਚ ਇੰਨੇ ਕੱਪੜੇ, ਇੰਨੀਆਂ ਜੁੱਤੀਆਂ ਇਕੱਠੀਆਂ ਕਰੀ ਜਾ ਰਹੇ ਨੇ, ਬਾਹਰ ਖਾ ਖਾ ਕੇ ਬਿਮਾਰ ਹੋਈ ਜਾ ਰਹੇ ਨੇ। ਤੇ ਇਹੋ ਜਿਹੇ ਬੰਦੇ ਜਿਹੜੇ ਇੰਨਾ ਪੈਸਾ ਬਰਬਾਦ ਕਰਦੇ ਨੇ, ਉਹਨਾਂ ਕੋਲ ਕਦੀ ਕਿਸੇ ਗਰੀਬ ਦੀ ਮਦਦ ਲਈ ਕਹਿ ਦਈਏ ਮਾੜਾ ਜਿਹਾ, ਤੇ ਜਿਹੜੀ ਮਦਦ ਹੁੰਦੀ ਹੈ ਨਾ, ਉਹਨਾਂ ਦਾ ਜਿਹੜਾ ਮੰਥਲੀ ਹੈ ਫਾਲਤੂ ਦਾ ਖਰਚਾ ਹੁੰਦਾ, ਉਹਦਾ 1000ਵਾਂ ਹਿੱਸਾ ਹੁੰਦਾ। ਉਹ ਮਦਦ ਜਿਹੜੀ ਹੁੰਦੀ ਹੈ 1000ਵਾਂ ਹਿੱਸਾ ਹੁੰਦਾ। ਕਹਿੰਦੇ ਹੱਥ ਬੜਾ ਟਾਈਟ ਹੈਗਾ ਅੱਜ ਕੱਲ੍ਹ, ਹੈ ਨਹੀਂ ਸਾਡੇ ਕੋਲ, ਸਾਡਾ ਤੇ ਆਪਣਾ ਗੁਜ਼ਾਰਾ ਨਹੀਂ ਹੁੰਦਾ। ਸੋ ਕਹਿਣ ਦਾ ਮਤਲਬ ਇਹ ਹੈਗਾ ਵੀ ਇਹ ਪਰ ਤਾਂ ਹੀ ਹੋਏਗਾ ਜੇ ਤੁਸੀਂ ਉਹ ਆਪਣੇ ਜਿਹੜੇ ਕੋਲੀਗਸ ਹੈਗੇ ਨੇ ਉਹਨਾਂ ਦੀ ਸੰਗਤ ਦਾ ਅਸਰ ਨਾ ਕਰੋ। ਜੇ ਤੁਸੀਂ ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰੇ ਹੀ ਖਾਨਾ, ਆਪ ਛੱਡ ਸਦਾ ਰਹੇ ਪਰਣੇ, ਗੁਰ ਬਿਨ ਅਵਰ ਨਾ ਜਾਣੇ। ਸੋ ਇਹ ਤਾਂ ਹੀ ਇਹ ਜਿਹੜੀ ਦ੍ਰਿੜਤਾ ਹੈਗੀ ਹੈ ਇਹ ਸਤ ਸੰਗਤ ਦੇ ਨਾਲ, ਗੁਰਬਾਣੀ ਦੇ ਨਾਲ ਆਉਂਦੀ ਹੈ। ਮਤਲਬ ਕਿ ਲੋਕਾਚਾਰੀ ਦੇ ਵਿੱਚ ਤੇ ਫਿਰ ਤੇ ਉਹ ਤੇ ਫਿਰ ਬਰਬਾਦੀ ਹੈ। ਬਿਨਾ ਸੰਤੋਖ ਨਹੀਂ ਕੋ ਰਾਜਾ ਹੈ। ਸੰਤੋਖ ਤੋਂ ਬਿਨਾ ਰਾਜ ਨਹੀਂ ਆ ਸਕਦਾ। ਰਾਜਾ ਉਹੀ ਹੈ ਜਿਹਨੂੰ ਸੰਤੋਖ ਆ ਗਿਆ। ਮਹਿਲਾ ਚੌਥਾ, ਸਾਗਰ ਦੇਖੋ ਡਰ ਮਰੋ। ਗੁਰੂ ਸਾਹਿਬ ਕਹਿੰਦੇ ਨੇ ਮੈਂ ਭਵਸਾਗਰ ਡਰਾਵਣਾ ਜਿਹੜੇ ਦੇਖਦਾ, ਜਿਹ 'ਚ ਵਿਕਾਰਾਂ ਦੀਆਂ ਲਹਿਰਾਂ ਨੇ ਇੰਨੀਆਂ,
ਤੇ ਮੈਂ ਡਰ ਜਾਂਦਾ, ਡਰ ਕੇ ਜਿੱਦਾਂ ਮਰਨ ਵਾਲਾ ਹੋ ਜਾਂਦਾ। ਭੈ ਤੇਰਾ ਡਰ ਨਾ ਏ, ਪਰ ਤੇਰੇ ਡਰ ਵਿੱਚ ਆਇਆ, ਤੇਰਾ ਹੁਕਮ ਕਬੂਲ ਕੀਤਿਆਂ, ਤੇਰਾ ਭੈ ਅਦਬ ਲਿਆ, ਡਰ ਨਾ ਏ, ਫਿਰ ਸਾਰੇ ਡਰ ਦੂਰ ਹੋ ਜਾਂਦੇ ਨੇ। ਮਤਲਬ ਕਿ ਇਹ ਵੀ ਕਮਾਲ ਦੀ ਗੱਲ ਹੈ, ਜਦ ਤੱਕ ਰੱਬ ਦਾ ਡਰ ਨਾ ਹੋਵੇ ਤੇ ਦੁਨੀਆ ਦੇ ਸਾਰੇ ਡਰ ਹਾਵੀ ਹੋ ਜਾਂਦੇ ਨੇ, ਤੇ ਜੇ ਰੱਬ ਦਾ ਡਰ ਹੋ ਜਾਏ ਤੇ ਬਾਕੀ ਸਾਰੇ ਡਰ ਦੂਰ ਹੋ ਜਾਂਦੇ ਨੇ। ਕਹਿੰਦੇ ਗੁਰ ਕੈ ਸ਼ਬਦ ਸੰਤੋਖੀਆ, ਨਾਨਕ ਬਿਕਸਾਂ ਨਾਹੀ। ਮੈਂ ਗੁਰੂ ਕਹਿੰਦੇ ਮੈਂ ਗੁਰੂ ਦੇ ਸ਼ਬਦ ਰਾਹੀਂ ਮੈਂ ਸੰਤੋਖ ਧਾਰਨ ਕਰਦਾ ਹਾਂ, ਗੁਰੂ ਦਾ ਉਪਦੇਸ਼ ਪੜ੍ਹ ਕੇ, ਅਤੇ ਨਾਨਕ ਬਿਕਸਾਂ ਨਾਏ, ਤੇ ਪਰਮਾਤਮਾ ਦਾ ਨਾਮ ਜਪ ਕੇ ਸਿਮਰ ਕੇ ਮੈਂ ਖਿੜ ਜਾਂਦਾ ਹਾਂ। ਨਾਮ ਸਲਾਹੀ ਰੰਗ ਸਿਉ, ਗੁਰ ਕੈ ਸ਼ਬਦ ਸੰਤੋਖ। ਗੁਰੂ ਸਾਹਿਬ ਮਨ ਨੂੰ ਪ੍ਰੇਰਨਾ ਕਰਕੇ ਕਹਿੰਦੇ ਨੇ ਕਿ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸੰਤੋਖ ਨੂੰ ਧਾਰਨ ਕਰ, ਤੇ ਬੜੇ ਪਿਆਰ ਦੇ ਨਾਲ, ਰੰਗ ਸਿਉ ਪਿਆਰ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਕਰ। ਜੋ ਦੀਸੈ ਸੋ ਚਲਸੀ, ਕੂੜਾ ਮੋਹ ਨਾ ਵੇਖ। ਇਸ ਕੂੜੇ ਮੋਹ ਨੂੰ, ਇਹ ਜਗਤ ਦਾ ਮੋਹ ਜਿਹੜਾ ਕੂੜਾ ਹੈ, ਝੂਠਾ ਹੈ, ਇਹਦੇ ਵੱਲ ਨਾ ਵੇਖ। ਇਹ ਗੱਲ ਚੇਤੇ ਰੱਖ, ਜੋ ਦੀਸੈ ਸੋ ਚਲਸੀ, ਜੋ ਕੁਝ ਦਿਖ ਰਿਹਾ ਹੈ, ਦ੍ਰਿਸ਼ਟਮਾਨ ਹੈ ਸਗਲ ਮਿਥਿਨਾ, ਇਹਾ ਧੰਦਾ ਕੂੜਾ ਚਾਰ ਦੇਹਾ, आगे सर पर चलना। कहते वाट वटाऊ, वाट मैंने रस्ता, वटाऊ मैंने रस्ते च चलने वाला राही। सुखनी साहब जी तुसीं पढ़िया होना, उत्थे बब्बा आंदा है, बटाऊ सियों जो लावै ने। बटाऊ बने की होंदा है? यात्री, मुसाफर। यह मैटाफोर है, अलंकार है। जिवें मुसाफिर एक थां ते नहीं रहिंदा, चला जाता है, इसी तरह दुनिया की हर चीज़ चलाईमान है। इनू बिरख की छां भी गया, बिरख की छाया स्यू रंग लावै, वो बिन से वो मन पछतावै। सो कहते बटाऊ स्यू जो लावै ने, ताके हाथ ना आवे, कि हाथ कुछ नहीं आंदा। सो कहते वाट बटाऊ आया, कहते भाई इत्थे इस जगत विच, दुनिया के सफर विच मुसाफर आए ने। नित चलदा साथ वेख, ए साथ जिहड़ा कुटुंब तेरा साथी ने, इन्होंने चलदिया समझ, ए समझ कि इन्होंने इत्थे कदी नहीं रहना, हमेशा लिए नहीं रहना। यह कुटुंब तुझे देखदा चले नाही तेरे नाले, साथ तेरे चले नाही तिस नाल क्यों चित लाई है। सो जदों इदां दियां अमोलक ज्ञान भरपूर गल्लां गुरु दियां असीं पढ़दे हां, विचारदे हां, हिरदे च वसाने हां, ते कुदरती तौर ते संतोख जिहड़ा है वो अपना थां बना लैंदा है। अगली गल है पर कर चित ना डोलाई। पर कर चित ना डोलाई अर्थात एक है बड़ी वड्डी समस्या है। पराए घर विच देख के, पराए घर देख के, इधर उधर देख के, सज्जे गए देख के अपने चित्त नूं डोलन नहीं देना। ते आओ देखिए गुरबाणी सानूं किवें इहदे बारे गाइड करदी है। फरीदा रोटी मेरी काठ की, लावण मेरी भुख। यह लावण शब्द जिहड़ा है यह मुल्तान की लहंदी भाषा है। इत्थे लावण का मतलब नहीं ला दिंदी है, क्योंकि वो भुलेखा पैंदा ना। इत्थे लावण का मतलब सलूना, सब्जी लिख लो। लावण का मतलब है सब्जी। भुख मतलब कि कहते भगत फरीद जी कहते भी देखो इधर पता लगता है कि किन्ने मुशक्ति होंदे ने जिहड़े भगत जन ने, वो आलसी नहीं होंदे कदी भी, मुशक्ति होंदे ने, मेहनती होंदे ने। खंडत निंद्रा अल्पहारंग, उन्हां दा जीवन का जिहड़ा जीवन शैली है होंदी है थोड़ा सोना, थोड़ा खाना पीना, उन्हां दी लोड़ां बहुत घट होंदी है। फरीदा रोटी मेरी काठ की, काठ ने लकड़, ते लकड़ वर्गी सुक्की रोटी मेरी है फरीद, ते लावण मेरी भुख। ते मेरी जी भुख है, मेहनत करके जी मैं भुख लगती है, वही मेरा सलूना है, वही मेरी सब्जी है। जिन्हें खाधी चौपड़ी घने सैन गए, जिन्होंने चौपड़ियां खाधियां सुख रहने, जिहड़े ज़्यादा खाण पीन के आहार च लगे रहते हैं। यह चौपड़ी इत्थे एक किस्म का यह प्रतीक है, ठीक है जी। फिर रुखी सुखी खाए के ठंडा पानी पियो, फरीदा देख पराई चौपड़ी, ना तरसाए अपने जी नूं तरसाना नहीं। हुण पराई चौपड़ी तो एक प्रतीक है। वो पराई चौपड़ी का मतलब कि पराई गड्डी भी हो सकती है, पराया घर भी हो सकता है। किसी के घर जाके वो चीज़ों को देखी जाना, मौके भरी जाने है तो बहुत वधिया जी, कोई है साडे कोल नहीं हैगा। यह फिर आत्मिक जीवन विच फिर विघन पाने वाली गल हैगी। बाकी गुरु साहब ने तो सानू बड़ा सोहना रस्ता दस्या भी वड्डियां सुन क्या रीस, नीचा अंदर नीच जात, नीची हूँ अत नीच नानक तिनकै संग साथ, वड्डियां सुन क्या रीस। बहुत वड्डे वड्डियां नाल
यारी दोस्ती रखने का कोई लाभ भी नहीं है। सो सानू आत्मिक जगत में अपने तो उच्चे वाल देखना चाहिए भी बंदा बड़ा मिठा बोलता है, बड़ा जीवन वाला है, बड़ी सहनशीलता है, वो बड़े गुण है ने, तो पदार्थक तौर पर अपने नीवें वाल देखना चाहिए। सो वो फिर बंदा जुगतियां ने जिहड़ियां सानू गुरबाणी विचों पढ़न दे नाल सानू सिखण नूं मिलदियां ने। गुरु साहब इत्थे गुरमुखां दी वडियाई, और मैं समझदा कि यह ट्रेनिंग सी जो वो कहंदे ना जिहड़ी तलवार गुरु गोबिंद सिंह जी ने तैयार की, वह जो लोहा है गुरु नानक पातशाह ने तैयार किया। नानक राज चलाया, मारिया सिक्का जगत विच, नानक निर्मल पंथ चलाया। कि संत भी बन गए, सिपाही भी बन गए। असल में उन्होंने उन्होंने सोच बदलनी सी। दिमाग में जो उच्च जातियों का, जातियों वाले का, राजे महाराजा का खौफ एक प्रभाव बनया सी, वो दूर करना सी। राजा दे की है, कहू हर समान नहीं राजा, ये भूपत सब दिवस चार के झूठे कर दिवाजा। बड़ी उन्होंने हल्का फुल्का करके पेश करता भी कुछ भी नहीं है। फिर कहते देखो पानी पंखा पीस दास क्या तब होए नहीं हाल। कहते जे कोई वाहिगुरु का अकाल पुरख का सेवक होवे, ਉਹਦੇ घर पानी पानी ढो, पखा चल, पीसन पीस। हुण मैं क्यों हैरान होना भी गुरु साहब ने पानी पखा पीस बड़ी जगह वरत्या, यही क्यों वरते ने 3 शब्द। कितने नहीं क्या मैं ਉਹਦੇ घर जाके ਉਹਦਾ अकाउंट चेक कर देवां, ਉਹਦੇ घर जाके मैं ਉਹਦਾ ਇਹ ਕੰਮ कर देवां, ਉਹਦੀ पेंटिंग कर देवां, ਉਹਦੇ घर ਦੀ मैं कोई ग्रिल गुरु ਨੂੰ पेंट कर देवां, है ना। पानी पखा पीस है क्यों क्या है। सो कहते भी गुरबाणी ਨੂੰ विचारो जरूर, बाणी विरलो विचार सी तां जे को गुरमुख होए। ते गुरु साहब मैं पहले सोचा भी है गुरु साहब ने यही क्यों वरते, पानी पखा पीस बड़ी जगह वरते है। पहली गल तो पानी ढोना बड़ा मुशक्कत वाला काम है, बड़ा सख्त काम है, भर के लिया। पहले पानी ढो के लियाते थे, पखा फेरना भी बड़ा औखा काम है। अपने टाइम से असीं मजनू के टिले में अपनी होश में देखा इतना बड़े बड़े पखे चलते होंगे संगतां दे विच, बड़ा जोर लगता सी रोज, तो वारियां लेंदे सी बंदे नौजवान जड़े, और ज़्यादातर काम नौजवान ही करते थे, बजुर्गों को हो नहीं पाता सीगा। पीस मैंने आटा पीसना भी बड़ा जोर वाला काम है। एक तो सारे जोर वाले काम ने। तीजी गल है किहड़ा सोसाइटी का किहड़ा सैक्शन करता सीगा, जिहड़ा सब तो नीवा सैक्शन सी वो करता सी। पानी पखा कौन चलता है, नीवी जातां नहीं चलते थे। पानी कौन ढोंदा सी, नीवी जातां नहीं चलते थे। ਇਹਦਾ मतलब है वे भी निर्माणता ते उद्यम यह एक हालमार्क किसी भगत दे सेवक दे होने चाहिए ने, तां बंदे वो सिपाही बनते हैं, संत सिपाही तां बनते हैं। उन्होंने पानी ढोया, पखा फेरिया, पीसन पीसिया। सो निर्माणता भी, निमरता भी ते उद्यम भी। कहते मैं तो कहते भी हे भाई तू वो घर जाके जो आनंद मिलेगा ना दास के घर ए सेवा करके, कहते राज मिलक सिकदारियां। देखो किदा उन्होंने राजे महाराजा की जिहड़ियां लालच सीगे मनां विचों कड्ढे ने गुरु साहब ने जड़ा। लोग ये लिए की करते हैं, चापलूसियां करते हैं। प्राइम मिनिस्टर छड्डो, बंदे निक्के निक्के कौंसलर की सरपंचां दी चापलूसियां करते हैं। असीं देखिया MLA MP दी तो बहुत वड्डी गल हैगी है। कहते राज मिलक सिकदारियां अग्नि में जाल, राजपाट ए मलकीतां जमीनां दियां जगीरां सिकदारियां सरदारियां जिहड़ी चौधरपन है इनू अग च साड़ दे। संत जना का छोहरा इस चरणी लाग, छोहरा मैंने नौकर। महापुरुषों का कोई जो नौकर होवे, महापुरुष हो नहीं चोड़े वाले गोल पग वाले, महापुरुष हो जीवन वाले हो। छोहरा इस चरणी लाग, वो चरणा च लग जा। मायाधारी छत्रपत, जो कोई मायाधारी हो सिर ते छत्र वाला हो, तेन छोड़ो त्याग, उन्होंने छड़ दे परे हो जाओ, कोई लोड़ नहीं होती। संतन का दाना रूखा सो सर्व निधान, गुरमुखा के घर रुखी सुक्की मिल जाए समझो सारे खजाने ने। ग्रह साकत 36 प्रकार से बिखू समान, रब तो टुटे दे घर 36 प्रकार के भोजन भी खाने मिल जाए तो कहते हो जहर समान समझ। ए गुरु साहब ने साडी साइकी मनोवृत्तियां इदा तैयार की गुरु साहब ने। जीवन को कितना उच्चा आदर्श बनाया, नाम नू ते नाम दे नाल जुड़िया नू कितनी वडियाई दी गुरु साहब ने। भगत जना का लूगरा अर्थात चीथड़ा, फटिया पुराना कपड़ा कोई,
ओट नगन ना हुई। कहते भगत जना वालों कोई मिलिया होया इदा चीथड़ा उन्होंने पा के कहते बंदा नगर नहीं होंदा। पर साकत सिर पाओ रेशमी, मनमुख वालों मिलिया होया रेशम का सिर पाओ भी पहरत पत खोई, वो पा के इज्जत चली जाती है। ए रस्ता है आत्मिक जीवन का। तो भगत फरीद जी कहते ना भी पर कहते दर दर वेशी काखड़ी चलना दुनिया पत। कहते भी परमात्मा के दर की जो दरवेशी है ना भगती है वो बड़ी औखी है, पर मैं तो लोगों वांगू चली जा रहा, वो गल बननी नहीं हैगी। सो भगतां की चाल निराली। सो यह जी चीज़ां ने गुरबाणी पढ़ के सानू पता लगदियां ने। वंड के छकना, अगली गल जी है वंड के छकना। गुर पीर सदाए मंगण जाए, ये घाल कमाई की गल भी हैगी है। जड़ा मनुख अपने आप गुरु और पीर रखवावे, इदा दी फौजां साडे हिंदुस्तान बहुत ने, मंग के खाण वाले ढिड वड्डे कीते हुए ने, बहुत सारे ने, साडे च भी आ गए ने। सो गुरु पीर सदाए मंगण जाए, अपने आप गुरु अखवाए पीर अखवाए पर मंग के खाए, तांके मूल ना लगिए पाए। मैं नहीं कह रहा, गुरु नानक पातशाह कह रहे हैं। कहते यहो जे बंदे ते भुल के भी पैरी हथ नहीं लाने, उन्होंने सत्कार नहीं देना। घाल खाए कि छत्थों दे, मुशक्कत करके खाए, मेहनत करके खाए कि छत्थों दे, वो चो वंड के छके, नानक राह पछाने से। जो भाई लैणा जी गुरु नानक पातशाह मिलन आए, उन्होंने हाले गुरु नानक पातशाह मिले नहीं सके। तो यह भी दस दवा गुरु नानक पातशाह बड़े अमीर परिवार चो सीगे। साडे ते रिवाज बन गया भी जदा थोड़े पैसे आ गए तो हुण ते जी काम ही नहीं करना, हुण ते सारे काम नौकर ही करेगा। तो फिर फिजियोथेरेपी कराओ, फिर जिम चल जाओ। मैं कहना गुरु नानक का योगा अपनाओ ना, घर के काम अपने आप करो, जिम जाने की भी लोड़ नहीं, योगा करने की भी लोड़ नहीं। पहले नौकरों को पैसे दो, फिर जिम को पैसे दो, फिजियोथेरेपिस्ट को पैसे दो। जो भाई लैणा जी गुरु नानक पातशाह मिलन आए तो पिंड की जूह के जिले पहुंचे तो गुरु नानक पातशाह खेतों च काम करते पे सी। अज मैं पंजाब जाके देखदा, इत्थे भी यही हाल है। 25-25 27-28 साल के मुंडिया गोगना पई हुई, मोटरसाइकिलों से घूमते हैं, काम करके कोई राजी नहीं है, ना पढ़ाई तो ना काम। सो यह जी चीज़ है कई बार याद आता है भी वो असीं सुनते होंगे सी, मम्मी साडे कहंदे होंदे सी, मैं देखा गुरबाणी के सैंस्कृतिक श्लोकों में कई साडे अखाण सियाणे ने गुरबाणी नूं लैके बनाए ने। जिद्दां कहते तपों राज राजों नरक, जिद्दां मैं कहना भी साडे डैडी जी ने तप किया। मैं एग्जाम्पल लैना, साडे डैडी मतलब कि जो असीं बैठे हैं इस उम्र के, उन्होंने तप किया। तप किया, उन्होंने बड़ी मुशक्कत की, खून पसीना वहाया, सिचुएशन थोड़ी ठीक हुई। असीं हल्का जिहा राज माणिया, ज़्यादा नहीं राज माणिया। पर जी नवी पीढ़ी है पूरा राज मानती पई है, तो मैनूं यह लगता नरक की तैयारी हो रही है, क्योंकि उन्होंने जीवन संघर्ष है ही नहीं। मैं कहना भी संघर्ष जरूर होना चाहिए, संघर्ष जीवन का मसाला है, इन्ना जीवन स्वादला बनता है। जे सारा कुछ किया करा ही मिल जाना है तो फिर तो स्वाद ही नहीं जीने का, वो तो जिंदगी नरक बन जाती है, सैटिस्फैक्शन मोटिवेशन नहीं खत्म हो जाती है। सो गुरु साहब ने क्यों खेतों में काम किया, उन्होंने करने की लोड़ सी। सो किरत करन दे नाल शरीर भी निरोवा रहिंदा है, मानसिक तौर पर बंदा ठीक रहिंदा है। सो कभी भी है पोचा लाने तो, झाड़ू लाने तो, अपनी गड्डी आप साफ करन तो, काम करन तो शर्म नहीं करनी चाहिए। यह रस्ता सिक्खी का नहीं है। सो यह जी चीज़ां ने बड़ी जरूरी है। कहते खावे खर्चे रल मिल भाई, टोट ना आवे वधो जाई। यह हुण स्पिरिचुअल खजाने की गल हैगी। प्यो दादे का खोल डिठा खजाना, ता मेरे मन पिया निधाना। अर्थात सिर्फ दाला प्रशादा ही वंड के नहीं छकना, किसी नूं चंगी सलाह देनी, चंगे राह पाना, खास तौर पर नाम के नाल जोड़ना, बाणी नाल जोड़ना, यह तो सब तो वड्डा दान है, सब तो वड्डा मतलब कि वंड के छकना। क्योंकि वो बंदा फिर बेमोहताज हो जाता है, वो पैरों से खड़ा हो जाता है, उन्हें जीवन की दिशा मिल जाती है। तुसीं प्रशादा दाला खिलाया वो एक वेले का हो गया, पर जिले एक इस खजाने के नाल जोड़ दिता उन्होंने, तो वो जीवन अपना भी फिर वो असीं वो बयान नहीं किया जा सकता, मंदे की गत कही ना जा। पर असीं देखते साडे बंदे कई जिहड़े सिक्खी स्वरूप च
इदा दान पुण्य के काम च लगे हुए हैं, वो सिक्खी तो बिल्कुल सखने है। हुण पिछे जो केस होया अपने बंदे एक तो एक्साइट बड़ी जल्दी हो जाते हैं, वो जिन्हें कोई ऑक्सीजन के सिलेंडर वंडे सीगे सिलेंडर, उन्होंने कोई पद्म भूषण मिले, पहले तो अपने बंदे पब्बा भार हो गए, फिर बाद च उन्हें फिर वीडियो च कुछ उल्टा सीधा बोलिया सिक्खी के कॉन्सैप्ट बारे, फिर वो दुआले हो गए सारे। भी कहने का मतलब है भी असी कुछ चीज़ों को बिल्कुल निराधार बना लिया, हमेशा असी गलतियां खाने, वह कारण सिर्फ यही है कि असी गुरबाणी को पढ़ के विचारते नहीं है, सिद्धांतों तो जाणू नहीं होते। सो गुरु साहब कहते हैं टोट ना आवे बदल तो जाई, अपनी कोई स्किल हैगी तुहाडे कोल कोई गुण हैगा, तुहाडे कोल कोई प्रोफैशनल गुण हैगा, किसी को दसना, बंदे कई बार ये हथ खिंचते हैं, कहते नहीं नहीं वर्कर को नहीं दसना, फिर सिर पर चढ़ जाते हैं, फिर अपना काम खोल लेंगे ने, तो मैं क्या फिर क्या काम खोल लेने वधिया गल ही है, बंदा सैट हो जाएगा। मतलब कि साडियां जिहड़ियां सोचां सौड़ियां सोचां कित्थों पैदा हुई, साडे लालच विचों पैदा हुई, यह गुरबाणी का रस्ता नहीं है। मैनूं याद है वाहिगुरू की ऐसी कृपा रही कि चलो मैनूं जद साडे दिमाग होंदा भी जिहड़े बंदे सवाल पुछदे सीगे, मैं कदी नहीं मना करता सीगा, वो जिन्नी बार पुछदे सी मैं उन्नी बार दसदा सीगा, ते उन्ना मेरा अभ्यास ज़्यादा हो जांदा सीगा, मेरी प्रैक्टिस होर ज़्यादा हो जांदी सीगी। मेरा मैथ थोड़ा चंगा सीगा जदों असीं क्लब च रहिंदे सीगे कैलकटा विच, ते बड़े मुंडे आंदे सी जिन्हां दा मैथ नहीं चंगा सीगा, मतलब सवाल पुछदे सीगे, ते मैं जदों मैं कदी भी मना नहीं करता सीगा। ते मैं कहा चलो एक तो उन्हां दा मैं कहा जे मैं नहीं दसांगा ते किते होर पता लग जाएगा, ऐ थोड़ी कि मैं नहीं दसांगा ते उन्हां दा कम नहीं बनेगा, काम तो बंदे ने फिर भी बन ही जाना। सो कहने का मतलब है कि सिर्फ दाला प्रशादे नहीं, जे तुहाडे कोल कोई हुनर है, तुहाडे कोल विद्या है, तुहाडे कोल कोई गुण है, यह भी किसी ने साझा करना, यह भी वंड के छकना। सो कला दाला प्रशादे ही वंड के छकना नहीं है। हुण वंड के छकन ते दान दे विच बड़ा फर्क है। असी दान के चक्कर च नहीं पैना, गुरबाणी सानू सुचेत करती है, कहते सतियां मन संतोख उपजै, जेडे सतियां मैंने इतने दानी, संतोख का उन्हें तसली, देने के विचार, सतियां के मन च यही गल हुंदी है भी मैं दान देवां ते मैनूं खुशी मिलेगी। कोई कंबल दिंदा है, कोई नोटबुक दिंदा है, कोई दिंदा है, ठीक है, पर दे दे मंगे सहसा गुणा, कहते वो दे के हृदय विच सहसा मैंने 100 1000 गुणा मंगते हैं। वो साढ़े गाने ही बड़े ना भी तुम 1 पैसा दोगे वो 10 लाख देगा, मैं क्या काम ही बड़ा वधिया है, फिर तो कोई फैक्ट्री लाने की लोड़ ही नहीं, स्टडी करने की लोड़ ही नहीं, एक तो बड़ी देश में गरीबों की फौज इकट्ठी कर लो, फिर जो दूजे है उन्होंने 1-1 रुपया दे जाओ तो 10 लाख मिल जाएंगे। बड़ी ये गाने ने, यह गुरबाणी की सिक्ख्या थोड़ी हैगी है, यह तो मूर्खतापूर्ण गल हैगी है। गाने उस जमाने हिट होए मेरे छोटे तो बड़े चलते सी गाने। सो दे दे मंगे सहसा गुणा शोभ करे संसार, जी वट्सएप की फोटोआं देखते हो, वो एक चीज़ होंगी है, उन्होंने 10-10 बंदे इधर हाथ खिंच के ला के दे रहे होंगे ने, कोई 2 केले दे रहा होंगे, कोई एक नोटबुक दे रहा होंगे, कोई आटा दे रहा होंगे, तो फोटो खिंच खिंच के भी असीं यह दिता, असीं यह दिता, शोभ करे शोभा हो गई, तो सिर खे पाने वाली गल हैगी। कहते जे को होए बहे दातार, जे कोई अपने आप को दाता मन के बह जाए, तिस देन हार जाने गवार, गुरु साहब ने गवार किया, उस देन हार को ना भुले कि उन्हें जे ना दिता होंदा ते उन्हें अगे किद्दां देना सीगा, उन्हें दिता तां अगे दिता है, यानी कि वो वंड के छक रहा है। एक बड़ी सोहनी उदाहरण डॉक्टर गुरबख्श सिंह दिंदे ने, वो कहते कि भी मेले के 2 भरा गए, एक भरा हैगा 17-18 साल का, दूजा भरा 10-12 साल का, तो प्यो ने वड्डे भरा को 200 रुपए दे दिते, ये 100 रुपए तेरे ने 100 रुपए वो ने, हुण भी तू भी खा ली खर्च ली, तो ये छोटे भरा भी दे दी। वो मेले जाके उन्होंने बंदा वड्डा भरा जिहड़ा है वो 100 रुपए उन्होंने दे के चितारे, ये 100 रुपए मैं दे रहा हूँ तू मेरा वाला काम करी, ये गड़बड़ है ना। सो कहने का मतलब है कि असी नहीं दिंदे, असी दानी नहीं है, असी वंड के छकते हैं, सानू वाहिगुरू ने दिता है, अगे असी उन्होंने वंड के छकते हैं। तो अगली गल गुरु साहब ने दस्सिया भी है दान जिहड़ा है, दान की वृत्ति है, कोई धार्मिक जगत विच गुरमत दे विच कोई बहुत महान काम नहीं है। रसना उचरै गुणवती, कोई ना पुजै दान, रसना मैंने जुबान, गुणवती मैंने भागां वाली, जिहड़ी भागां वाली रसना परमात्मा का नाम उचारदी है, दुनिया का कोई भी दान उस क्रिया का मुकाबला नहीं कर सकता, क्योंकि प्रभु के सिमरन, प्रभु को सिमरे से परोपकारी, जिहड़े परमात्मा के सिमरन जुड़ते हैं उन्होंने जीवन ही परोपकार का मुजस्मा बन जाता है। वो फिर उन्होंने
किसी दिन की किसी वेले की उड़ीक करने की लोड़ नहीं पैंती कि असीं यह वंडना या नहीं उन्होंने जीवन ही परोपकार बन जाता है। सो जो है गुरु साहब ने एक बड़ा कमाल का जो रस्ता सानू नाम मार्ग दसिया ना, सानू यह समझना बड़ा जरूरी है कि दान पुण्य करना कोई गुरु घर दे विच इहदी कोई वडियाई नहीं हैगी। ते नाले दूजी गल तुसीं देख ही लो दान किद्दां हुंदे ने। जे तुसीं घुक करो 2 नंबर की कमाई करके दान किया जाता है। गुरुद्वारे भी आ गया बंदे एसी लवा फलाने गुरमुख सज्जन ने एसी लवाते, पुछो तो सही पैसा कितों आया। यह जड़ा कहते लखी शाह बंजारा हाल तो कहते सारी शराब की कमाई चो बनया, तो फिर धर्म प्रफुल्लित किद्दां होएगा। काम विच संजीदगी अते दयानतदारी अगली गल, धर्म की कीर्ति गल की, संतोख की गल की, वंड के छकण की। यह मतलब खास तौर पर जिले गुरु घर के काम की गल आती है ना, फिर साडा घड़िया घड़िया जाते भी गुरु आप ही कर लेगा। जिले कोई अपने निजी काम परसनल कर रहे हो फिर पूरी प्लैनिंग होती है, पूरा ध्यान होता है। पर जिले गुरु के काम होंगे ने फिर कहते गुरु आप ही कर लेगा। या तो दोनों पासे मापदंड हो गए ना एको जिहा, या तो अपने काम भी है ने, फैक्ट्री आप ही खुल जाएगी जो गुरु कृपा करके फैक्ट्री खोल लाँगे, जो कृपा होएगी ऑर्डर आप ही आ जाएंगे, जो कृपा होएगी आप ही असीं माल बना लाँगे, है ना। जो गुरु कृपा होएगी तक पाठ कर लाँगे, जो कृपा होएगी अमृत छक लाँगे, जो कृपा होएगी सहज पाठ शुरू कर लाँगे, है। तो यह भी कहता जो कृपा होएगी बच्चा आप ही स्कूल चल जाएगा, जो कृपा होएगी आप ही पढ़ लेगा, जो कृपा होएगी आप ही पास हो जाएगा। मतलब कि दोहरे मापदंड जिहड़े ने नहीं चलते। कहते महला दूजा बद्दा चट्टी जो परे। चट्टी का मतलब की होंदा, चट्टी मतलब होंदा जुर्माना, फाइन। एक अखान है, पहले साल खट्टी, पहले साल चट्टी, दूजे साल हट्टी, तीजे साल खट्टी। चट्टी मैंने जुर्माना टैक्स, पहले साल लॉस है, दूजे साल हट्टी मतलब कि ब्रेक इवन, नो प्रॉफिट नो, तो खट्टी मैंने कमाई। अर्थात एक अखान बनया भी 3 साल 2 साल किसी बिजनेस में सैट होने लग जाते हैं। सो बद्दा चट्टी मुहावरा है कि बंदा कभी भी जुर्माना खुश होकर नहीं देता, रो रो करके रो के दिता है। भावें जो चलान कट्टे तुम गाला कटते हो पर तुम्हें देना पैंता है। अर्थात बद्दा चट्टी का मतलब कि बद्दे रुद्दे काम करना। अर्थात माँ ने क्या बेटे भांडे मांजते मेरी तबीयत नहीं ठीक, तो मांजते दिते पर अंदरों बुड़बुड़ होंदी रही। काम किया प्यो ने मुंडे को काम कहता कोई खुशी ना नहीं किया, चाह ना नहीं किया, रो के किया, तो कहते फिर वह कोई फायदा नहीं है। कहते बद्दा चट्टी जो परे, ना गुण ना उपकार, ना वो अपने आप को कोई फायदा होंदा है ते ना किसी दूजे को फायदा होंदा है। सेती, सेती मेरे नाल, सेती खुशी सवारी है। जिहड़ा काम खुशी दे नाल कीता जाए, चाह दे नाल कीता जाए, फिर वो खुब के किया जाए तो खूबी काम दे विच आ प्रगट हो जाती है। नानक कारज सार, फिर नानक हे नानक वो कारज श्रेष्ठ होके निपटता है। सो इत्थे होर समझाते हैं जब है धावे माया अर्थी, जो मनुख माया की खातिर दौड़ भज करता है, जो कर्म किए लालच लग तय तय आप बंधायो। जेडे भी काम लालच वस हो गए किए जाते हैं, कहते वो अपने आप चो फाइयां पाने वाले आते हैं। गुरु साहब सानू समझाते हैं। मैं वही कहना भी असी दोखी की समझा रहे हैं, तुहानू कंपनियां की समझा रही हैं या अखबार की समझा रही हैं, वो बिल्कुल वक्री गल है। जिन्हों मत्था टेकते हो वो जानते लो गुरु की कह रहा। जब है तावे माया अर्थी नह त्रिपतावे ना तिस लाथी। इनू कभी तसली नहीं होती, इनू रज नहीं आता, तो ना ही तृष्णा खत्म होती है। जब इससे होए जौला, जौला मैंने होंदा है डिसइंटरस्टेड डिटैच्ड, जो माया तो वखरा हो जाता है, एक तेरा ध्यान फिर पूरा फोकस काम ते लगता है। कहते पीछे फिर एक होर काम होंदा है, कहते पीछे लाग चली उठ कौला। कौला मैंने कमला, कमला का मतलब इत्थे विष्णु की पत्नी कमला देवी अर्थात माया। कहते जिस माया के पिछे भजदा है, कहते जो तो जो डिटैच हो जाता है, वो तो दूर हो जाता है, तो फिर कहते दासी बन के नौकरानी बन के पिछे पिछे तुरना शुरू हो जाती। ट्राई करके देखो। गुरु साहब बंदे कहते ना कि वीर जी प्रैक्टिकल दसो, प्रैक्टिकल है हम तो अपना लो इनू और की। हर जीओ अहंकार ना भावे, असी आत्मिक गुणों की गल्लां कर रहे हैं। सो कहते मन तो मत मान करे जे हों किछ जानदा, गुरमुख निमाणा हो।
हे मेरे मन, जे तू कुछ जानता है तो मन च विचार ना आती, इस गल मान ना करी कि मैं बहुत कुछ जानता, मैं बड़ा सियाना हाँ। गुरु के सन्मुख रह के निर्माणता बनाई रखी, अंतर अज्ञान हो बुध है, सच शब्द मल खो। कहते तेरे अंदर हों दी बुद्धि है, मैं दी अहंकार वाली ते अज्ञानता वाली है, अज्ञानता वाली अहंकार वाली बुद्धि है। गुरु दे सदा थिर गुरु जड़ो है वह सिर्फ सलाह के शब्द में जुड़ के अपनी मल नूं धो दे, इस अहंकार नूं दूर कर लै। हो निमाणा सतगुर अग्गै, मत किछ आप लिखावे। सतगुरु के चरनी ढह पै, निमाणा होके ते अपना आप ना जना, आप लिखावे मैंने अपना अपना जना, अपने अपना जता। अपने अहंकार जगत जलिया, मत तू अपना आप गवावे। अपने अहंकार में सारा जगत सड़दा भुजदा पिया, तू अपना आप किते इस अहंकार विच पै के नाश ना कर ले। सतगुर के भाणे करें कार, सतगुर के भाणे लाग रहो। पर इस तरह ये तो बचा किदा होएगा, इस बीमारी तो बचांगे किदा। कहते सतगुर के भाणे करें कार, जे तू सतगुरु के भाणे विच तुर के कार कमाई करेगा, सतगुरु के हुक्म के अनुसार जीवन जिएगा, तो सतगुरु के भाणे नाल जुड़िया रहेगा, लाग रहो वो हुक्म विच रहेगा। यूं कहे नानक आप छड़ सुख पावे, मन निमाणा करो। नानक इस तरह कहता है कि अपना आप छड़ के, अपना अहंकार त्याग के तू सुख प्राप्त करेगा, ते हे मेरे मन तू निमाणा होके रही। अगे जड़ी गल्लां दा मान बंदा करता है, सुखमनी साहब जी पढ़ते हैं, धन भूम का जो करे गुमान, सो मूर्ख अंधा अज्ञान। सो कबीर गर्व ना कीजिए, चाव लपेटे हाड़। मनुख कुदरती है, मतलब कि मैं नहीं कहता भी किसी को गिल्टी फील करने की लोड़ नहीं है, मनुख की बिरती है, वाहिगुरु ने रचना ऐसी बनाई है। पर सानू दवाई भी दी है गुरु साहब ने, साडे कोल एक राह भी है गुरु ग्रंथ साहब का। ते मान होना, कोई किसी को सोहने सुनखा होवे, रंग रूप होवे, मान आ जाता है कुदरती, पर बचा तो फिर गुरबाणी करेगी ना। कहते कबीर गर्व ना कीजिए, चाम लपेटे हाड़। कहते हे कबीर, अपनी जवानी का सुंदरता का मान नहीं करना चाहिए। यह शरीर सिर्फ एक हड्डियां की मुठ है, जिते चमड़ी लिपटी हुई है। कहते हैवर ऊपर, हैवर मैंने घोड़े, ਜਿਹੜੇ ਘੋੜਿਆਂ ਦੇ ਉੱਤੇ ਸੀਗੇ, ਛਤਰ तर, तर मैंने तल, ਤੇ ਛਤਰੀਆਂ ਦੇ ਥੱਲੇ ਸੀਗੇ, ਅਰਥਾਤ ਜਿਨ੍ਹਾਂ ਦੇ ਸਿਰਾਂ ਤੇ ਛਤਰ ਝੁਲਦੇ ਸੀਗੇ ਤੇ ਥੱਲੇ ਉਹਨਾਂ ਦੇ ਘੋੜੇ ਸੀਗੇ, ਤੇ ਫੁਨ ਧਰਨੀ ਗਾੜ, ਉਹ ਵੀ ਇੱਕ ਦਿਨ ਇਸ ਧਰਤੀ ਵਿੱਚ ਗੱਡੇ ਗਏ, ਮਿੱਟੀ ਨਾਲ ਮਿੱਟੀ ਹੋ ਗਏ। ਫਿਰ ਕਹਿੰਦੇ ਕਬੀਰ ਗਰਵ ਨਾ ਕੀਜੀਏ, ऊंचा देख आकाश, आवास सॉरी, अपना आवास बने होंगे रहन बसेरा, अपना घर उच्चा देख के गर्व नहीं करना चाहिए। आज कल भोए लेटना, अज नहीं तो कल धरती ते लेटना, ऊपर जामे घास ते उहदे ते घाह जम जाएगी, तेरी यही पाया। कबीर गर्व ना कीजिए, रंक ना हसीए कोई। रंक होंगे कोई कंगाल आदमी, यह भी एक कुदरती है, बच्चे भी करते हैं, साडे कोल भी इदां दी गलतियां हुई हैं, समझ नहीं होंदी, ते यह समझ मापियां ने देनी होंदी है। पर मापे भी तां ही जाणगे जे मापे गुरबाणी नाल जुड़े होणगे, है ना। सो कबीर गर्व ना कीजिए, रंक ना हसीए कोई। जे तू धनवान है तो उस धन का मान ना कर, ते किसी कंगाल नूं गरीब नूं देख के उन्होंने हासा ठट्ठा मजाक ना कर। क्यों कहना अजो सो नाओ समुद्र में, अजे तेरी जिंदगी की बेड़ी समुद्र के विचकार है, क्या जानो क्या होए, की पता की वजह। वो वाहिगुरु कितना समर्थ है। कहते छिन में राव रंक को करे, राव रंक कर डारे, रीते भरे, रीते मैंने खाली, वो खाली खजाने नूं भर दिंदा, रीते भरे भरे सखनावै, यह तां को व्यवहारे। वो तो भरे खजाने नूं खाली कर दिंदा, खाली नूं भर दिंदा, रंक नूं राजा बना दिंदा, रंक नूं राजा बना दिंदा। सो इदां दी गलती ना करियो। गंढ प्रीति मिठे बोल, समाप्ति है आखिरी करके खत्म कर देंगे। फिर अपना थोड़ा बड़ा है वैसे, चलो इन अगले कंटिन्यू कर लेंगे। अगली गल है गंढ प्रीति मिठे बोल। गुरबाणी की पंक्ति है, गंढ मैंने संबंध जुड़ता है, प्रीति मैंने प्यार।
ਮਿੱਠੇ ਬੋਲਾਂ ਦੇ ਨਾਲ। ਮਿੱਠਾ ਬੋਲ ਕੇ ਪਿਆਰ ਦੀ ਗੰਢ ਪੈਂਦੀ ਹੈ। ਤੇ ਇਹਦੇ ਉਲਟ ਵੀ ਗੁਰਬਾਣੀ 'ਚ ਇੱਕ ਸ਼ਬਦ ਹੈ, ਪੰਕਤੀ ਹੈਗੀ ਹੈ, ਟੂਟ ਪ੍ਰੀਤ ਗਈ ਬੁਰ ਬੋਲ। ਬੁਰ ਬੋਲ ਮਨੇ ਬੁਰੇ ਬੋਲ, ਮੰਦੇ ਬੋਲ ਬੋਲ ਕੇ। ਦੇਖੋ ਕਿੰਨੀ ਕਮਾਲ ਦੀ ਗੱਲ ਹੈ। ਤਾਂ ਹੀ ਤੇ ਗੁਰੂ ਸਾਹਿਬ ਨੇ ਕਿਹਾ ਆਸਾ ਕੀ ਵਾਰ 'ਚ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਸੋ ਗੰਢ ਪ੍ਰੀਤੀ ਮਿੱਠੇ ਬੋਲ। ਸੋ ਭਗਤ ਫਰੀਦ ਜੀ ਸਾਨੂੰ ਬੜਾ ਸੋਹਣਾ ਸਮਝਾਉਂਦੇ ਨੇ, ਕਹਿੰਦੇ ਇੱਕ ਫਿੱਕਾ ਨਾ ਗਲਾਏ। ਫਿੱਕਾ ਬੇਰੁੱਖਾ ਖਰਬਾ, ਗਲਾਏ ਮੈਨੇ ਗੱਲ ਬੋਲ। ਇੱਕ ਫਿੱਕਾ ਨਾ ਗਲਾਏ, ਇੱਕ ਵੀ ਫਿੱਕਾ ਬੋਲ ਨਾ ਬੋਲ। ਸਭਨਾ ਮੈਂ ਸੱਚਾ ਧਣੀ, ਸਾਰਿਆਂ ਵਿੱਚ ਸਦਾ ਥਿਰ ਪਰਮਾਤਮਾ ਬੈਠਾ ਹੈ। ਹਿਆਉ ਨਾ ਕਹਿੀ ਠਾਏ, ਹਿਆਉ ਮੈਨੇ ਹਿਰਦਾ, ਕਹਿੀ ਮੈਨੇ ਕਿਸੇ ਦਾ, ਢਾਏ ਮੈਨੇ ਠਾਏ ਮੈਨੇ ਢਾਣਾ। ਕਿਸੇ ਦਾ ਵੀ ਹਿਰਦਾ ਨਾ ਢਾ, ਕਿਸੇ ਵੀ ਹਿਰਦੇ ਨੂੰ ਸੱਟ ਨਾ ਮਾਰ। ਮਾਣਕ ਸਭ ਬੋਲਵੇ। ਇਹ ਸਾਰੇ ਹਿਰਦੇ, ਇਹ ਸਾਰੇ ਮਨ ਬੜੇ ਕੀਮਤੀ ਮੋਤੀ ਨੇ, ਉਸ ਰੱਬ ਦੇ ਬਣਾਏ ਨੇ। ਤੇ ਕਹਿੰਦੇ ਸਭਨਾ ਮੈਂ ਮਾਣ, ਸਭਨਾ ਮੈਂ ਸਭਨਾ ਮਨ ਮਾਣਿਕ। ਸਾਰੇ ਮਨ ਜਿਹੜੇ ਨੇ ਇਹ ਬੜੇ ਕੀਮਤੀ ਮੋਤੀ ਨੇ। ਠਾਹਣ ਮੂਲ ਮਚਾਂਗਵਾ, ਮਚਾਂਗਵਾ ਮੈਨੇ ਬਿਲਕੁਲ ਵੀ ਚੰਗਾ ਨਹੀਂ, ਮੂਲ ਮੈਨੇ ਬਿਲਕੁਲ ਵੀ, ਠਾਹਣ ਮੈਨੇ ਢਾਣਾ। ਇਹਨਾਂ ਨੂੰ ਢਾਣਾ, ਕਿਸੇ ਦੇ ਹਿਰਦੇ ਨੂੰ ਸੱਟ ਮਾਰਨੀ, ਕਿਸੇ ਨੂੰ ਕੌੜੇ ਬੋਲ ਬੋਲਣੇ, ਕਿਹੜੇ ਨੂੰ ਕਿਸੇ ਨੂੰ ਕਸ਼ਟ ਦੇਣ ਵਾਲੇ ਬਚਨ ਬੋਲਣੇ, ਕਹਿੰਦੇ ਇਹ ਬਿਲਕੁਲ ਵੀ ਚੰਗੀ ਗੱਲ ਨਹੀਂ। ਜੇ ਤੂੰ ਪ੍ਰਿਆ ਦੀ ਸਿੱਖ, ਪ੍ਰਿਆ ਮੈਨੇ ਵਾਹਿਗੁਰੂ ਪਤੀ, ਸਿੱਖ ਮੈਨੇ ਤਾਂਗ ਚਾਹ। ਜੇ ਤੂੰ ਉਹਨੂੰ ਮਿਲਣਾ ਲੋਚਦਾ ਹੈ, ਜੇ ਤੂੰ ਪਰਮਾਤਮਾ ਦੇ ਨਾਲ ਮਿਲਾਪ ਦੀ ਤਾਂਗ ਰੱਖਦਾ ਹੈ, ਤੇ ਹਿਆਉ ਨਾ ਠਾਹੇ ਕਹੀਦਾ। ਹਿਆਉ ਮੈਨੇ ਹਿਰਦਾ, ਠਾਹੇ ਮੈਨੇ ਫਿਰ ਕਹੀਦਾ ਮੈਨੇ ਕਿਸੇ ਦਾ ਵੀ, ਤੇ ਕਿਸੇ ਦਾ ਵੀ ਹਿਰਦਾ ਜਿਹੜਾ ਹੈ ਉਹਨੂੰ ਨਾ ਤੋੜ। ਇਹ ਕਿਉਂ? ਕਿਉਂਕਿ ਵਾਹਿਗੁਰੂ ਵੀ ਮਿੱਠ ਬੋਲੜਾ। ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰੀ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਮੇਰਾ ਉਹ ਸੱਜਣ, ਮੇਰਾ ਦੋਸਤ, ਮੇਰਾ ਮਿੱਤਰ ਵਾਹਿਗੁਰੂ ਜਿਹੜਾ ਹੈ ਉਹ ਮਿੱਠ ਬੋਲੜਾ ਹੈ। ਕਹਿੰਦੇ ਉਹ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕਹਿੰਦੇ ਮੈਂ ਚੇਤਾ ਕਰ ਕਰਕੇ ਥੱਕ ਗਈ ਹਾਂ, ਯਾਦ ਕਰ ਕਰਕੇ ਕਿ ਕਦੀ ਸ਼ਾਇਦ ਉਹਨੇ ਕੌੜਾ ਬੋਲਿਆ ਹੋਵੇ। ਕਹਿੰਦੇ ਨਹੀਂ, ਉਹ ਕਦੇ ਨਹੀਂ ਕੌੜਾ ਬੋਲਦਾ। ਕੌੜਾ ਬੋਲ ਨਾ ਜਾਣਦਾ, ਉਹ ਤੇ ਕੌੜਾ ਬੋਲਣਾ ਜਾਣਦਾ ਹੀ ਨਹੀਂ। ਪੂਰਨ ਭਗਵਾਨ ਹੈ, ਉਹ ਗੁਣਾਂ ਨਾਲ ਭਰਪੂਰ ਭਗਵਾਨ ਹੈ। ਔਗਣ ਕੋ ਨਾ ਚਿਤਾਰੇ। ਤੇ ਵੱਡੀ ਗੱਲ ਹੈ ਦੇਖੋ ਕਿ ਔਗਣ ਵੀ ਨਹੀਂ ਚਿਤਾਰਦਾ। ਹੁਣ ਦੇਖੋ ਇਹ ਵੀ ਗੁਣ ਹੈ ਬੜਾ ਵੱਡਾ। ਹੁਣ ਅਸੀਂ ਦੇਖੋ ਅਸੀਂ ਕੀ ਕਰਦੇ ਹਾਂ, ਅਸੀਂ ਆਪਣੇ ਗੁਣਾਂ ਨੂੰ ਮਲਟੀਪਲਾਈ ਕਰਕੇ ਦੱਸਦੇ ਹਾਂ, ਐਕਸਾਜਰੇਟ ਕਰਕੇ ਦੱਸਦੇ ਹਾਂ। ਮੈਂ ਇਹ ਕਰਦਾ ਜੀ, ਮੈਂ ਉਹ ਕਰਦਾ, ਮੈਂ ਇੰਨਾ ਕੰਮ ਕੀਤਾ, ਮੈਂ ਇੰਨੀ ਮਿਹਨਤ ਕੀਤੀ ਹੈ, ਮੈਂ ਉਹ ਕਰਦਾ। ਉਹ ਜਦੋਂ ਅਸੀਂ ਬੋਲਣ ਲੱਗਦੇ ਹਾਂ ਖਾਸ ਤੌਰ 'ਤੇ ਮੈਂ, ਫਿਰ ਉਹ ਯਾਦ ਹੀ ਨਹੀਂ ਰਹਿੰਦਾ। ਬਾਅਦ 'ਚੋਂ ਪਛਤਾਉਂਦੇ ਹਾਂ ਵੀ ਯਾਰ ਕਿ ਮੈਂ ਜ਼ਿਆਦਾ ਹੀ ਆਪਣੀ ਸਿਫਤਾਂ ਕਰ ਦਿੱਤੀਆਂ। ਆਪਣੇ ਗੁਣਾਂ ਨੂੰ ਅਸੀਂ ਵੱਡਾ ਕਰਕੇ ਦੱਸਦੇ ਹਾਂ ਤੇ ਦੂਜਿਆਂ ਦੇ ਔਗਣਾਂ ਨੂੰ ਵੱਡਾ ਕਰਕੇ ਦੱਸਦੇ ਹਾਂ। ਪਰ ਕਹਿੰਦੇ ਜੈ ਪ੍ਰਸਾਦ ਤੇਰੇ ਸਗਲੇ ਛਿਦਰ ਢਾਕੇ, ਅਰਥਾਤ ਛਿਦਰਾਂ ਨੂੰ ਢੱਕਣਾ, ਔਗਣਾਂ ਨੂੰ ਢੱਕਣਾ, ਕੱਜਣਾ, ਇਹ ਵਾਹਿਗੁਰੂ ਦਾ ਗੁਣ ਹੈਗਾ। ਇਹੀ ਗੁਣ ਗੁਰਮੁਖਾਂ 'ਚ ਵੀ ਇਹਦਾ ਮਤਲਬ ਹੋਣਾ ਚਾਹੀਦਾ। ਜੇ ਹਰੀ ਦਾ ਰੂਪ, ਜੇ ਅਸੀਂ ਹਰੀ ਦਾ ਰੂਪ ਹੈਗੇ ਹਾਂ, ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ, ਤੇ ਇਹ ਨਾ ਔਗਣ ਕੋ ਨਾ ਚਿਤਾਰ। ਔਗਣ ਨਹੀਂ ਚਿਤਾਰਦਾ। ਕਹਿੰਦੇ ਪਤਿਤ ਪਾਵਨ ਹਰ ਬਿਰਧ ਸਦਾਏ, ਉਹ ਡਿੱਗਿਆਂ ਨੂੰ ਪਵਿੱਤਰ ਕਰਨ ਵਾਲਾ ਹੈ। ਇਹ ਉਹਦਾ ਮੁੱਢ ਕਦੀਮਾ ਦਾ ਬਿਰਧ ਸੁਭਾਅ ਹੈਗਾ। ਇੱਕ ਤਿਲ ਨਹੀਂ ਭੰਨੇ ਕਾਲੇ, ਉਹ ਘਾਲ ਕਮਾਈ ਨੂੰ ਰੱਤੀ ਭਰ ਵੀ ਅਜਾਈ ਨਹੀਂ ਜਾਣ ਦਿੰਦਾ, ਵਿਅਰਥ ਨਹੀਂ ਜਾਣ ਦਿੰਦਾ। ਜਿਹੜੀ ਕਿਸੇ ਨੇ ਕੋਈ ਚੰਗਾ ਕੰਮ ਕੀਤਾ ਹੈ ਉਹ ਲੇਖੇ 'ਚ ਪੈਂਦੀ ਹੈ। ਕਹਿੰਦੇ ਘਟ ਘਟ ਵਾਸੀ ਸਾਰੇ ਹਿਰਦਿਆਂ ਵਿੱਚ ਬੈਠਣ ਵਾਲਾ, ਬੈਠਾ ਹੋਇਆ, ਸਰਵ ਨਿਵਾਸੀ ਸਾਰਿਆਂ 'ਚ ਸਮਾਇਆ ਹੋਇਆ, ਨੇੜੇ ਹੀ ਤੇ ਨੇੜਾ, ਸਾਰੇ ਜੀਵਾਂ ਦੇ ਨੇੜੇ ਤੋਂ ਨੇੜੇ ਹੈਗਾ। ਨਾਨਕ ਦਾਸ ਸਦਾ ਸਰਨਾਗਤ, ਹਰ ਅੰਮ੍ਰਿਤ ਸੱਜਣ ਮੇਰਾ। ਇਹ ਨਾਨਕ ਦਾਸ ਉਸ ਵਾਹਿਗੁਰੂ ਦੀ, ਐਸੇ ਸੱਜਣ ਦੀ ਸ਼ਰਨ ਵਿੱਚ ਹਮੇਸ਼ਾ ਪਿਆ ਹੈ। ਉਹ ਜਿਹੜਾ ਮੇਰਾ ਸੱਜਣ ਹੈ, ਹਰੀ ਹੈਗਾ, ਉਹ ਆਤਮਿਕ ਜੀਵਨ ਦੇਣ ਵਾਲਾ ਹੈ। ਸੋ ਇੱਕ ਸਲਾਈਡ ਹੋਰ ਕਰ ਲਈ, 3-4 ਮਿੰਟ ਦੀ ਹੋਏਗੀ। ਈਰਖਾ, ਨਿੰਦਾ, ਚੁਗਲੀ ਆਦਿ ਤੋਂ ਬਚਣਾ। ਅਸੀਂ ਕੁਝ ਗੁਣਾਂ ਦੀ ਗੱਲਾਂ ਵੀ ਕੀਤੀਆਂ, ਹੁਣ ਕੁਝ ਗੁਣ ਵੀ ਹੈਗੇ ਨੇ ਜਿਹੜੇ ਸਾਡੀ ਜ਼ਿੰਦਗੀ 'ਚ ਅਸੀਂ ਇਹਦੇ ਸ਼ਿਕਾਰ ਹੁੰਦੇ ਹਾਂ। ਈਰਖਾ ਕਰਦੇ ਹਾਂ, ਨਿੰਦਾ ਕਰਦੇ, ਚੁਗਲੀ, ਇਹ ਤੋਂ ਬਚਣਾ। ਇੱਕ ਸਿਉ ਜਾ ਕਾ ਮਨ ਰਤਾ, ਇਹਦਾ ਵੀ ਇਲਾਜ ਹੋਈ ਹੈ। ਜਿਹਦਾ ਮਨ ਇੱਕ ਦੇ ਨਾਲ ਰੰਗਿਆ ਜਾਂਦਾ, ਬਿਸਰੀ ਤਿਸੇ ਪਰਾਈ ਤਾਤਾ।
ਉਹਨੂੰ ਫਿਰ ਪਰਾਈ ਤਾਤ ਪਰਾਈ ਸਾੜਾ ਜਿਹੜਾ ਹੈ ਉਹਨੂੰ ਭੁੱਲ ਜਾਂਦੀ ਹੈ, ਉਹਦੇ ਮਨ ਚੋਂ ਨਿਕਲ ਹੀ ਜਾਂਦੀ ਹੈ, ਧਿਆਨ ਹੀ ਨਹੀਂ ਆਉਂਦਾ। ਬਿਨ ਗੋਬਿੰਦ ਨਾ ਦਿਸੈ ਕੋਈ, ਕਿਉਂਕਿ ਜਿਹੜੇ ਨਾਮ ਫਿਰ ਉਹਨੂੰ ਗੋਬਿੰਦ ਤੋਂ ਬਿਨਾਂ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਕਰਨ ਕਰਾਵਨ ਕਰਤਾ ਸੋਈ, ਉਹਨੂੰ ਪਤਾ ਲੱਗ ਜਾਂਦਾ ਹੈ ਉਹ ਜੀਵਾਂ ਵਿੱਚ ਬੈਠ ਕੇ ਆਪ ਹੀ ਕਰ ਰਿਹਾ, ਆਪ ਹੀ ਕਰਾ ਰਿਹਾ। ਫਿਰ ਉਹਨੂੰ ਸਮਝ ਆ ਜਾਂਦੀ ਹੈ ਕਿ ਦਾਤੇ ਕਿ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਉਣਾ, ਇੱਕ ਦਾਤਾ ਹੈ ਕੋਈ ਭਿਖਾਰੀ ਹੈ, ਸਾਰੇ ਤੇਰੀ ਖੇਡ ਹੈਗੀ ਹੈ। ਉਹਨੂੰ ਫਿਰ ਈਰਖਾ ਹੁੰਦੀ ਨਹੀਂ ਹੈਗੀ। ਖੁੱਦਿਆ, ਖੁੱਦਿਆ ਦਾ ਮਤਲਬ ਹੈ ਭੁੱਖ, ਤ੍ਰਿਸ਼ਨਾ ਮੈਨੇ ਪਿਆਸ, ਕਹਿੰਦੇ ਆ ਮਾਇਆ ਦੀ ਭੁੱਖ, ਮਾਇਆ ਦੀ ਤ੍ਰਿਸ਼ਨਾ ਤੇ ਨਿੰਦਾ ਬੁਰੀ, ਬੜੀਆਂ ਭੈੜੀਆਂ ਨੇ ਚੀਜ਼ਾਂ ਵਾਦੀਆਂ। ਕਾਮ, ਕ੍ਰੋਧ ਵਿਕਰਾਲ ਤੇ ਡਰਾਉਣਾ, ਕ੍ਰੋਧ ਜਿਹੜਾ ਹੈ। ਪਰ ਕਹਿੰਦੇ ਇੰਨੀ ਅੱਖੀ ਨਜ਼ਰ ਨਾ ਆਵੇ, ਇਹਨਾਂ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦੇ। ਜਿਚਰ ਸ਼ਬਦ ਨਾ ਕਰੇ, ਜਦੋਂ ਤੱਕ ਸ਼ਬਦ ਦੀ ਵਿਚਾਰ ਨਾ ਕੀਤੀ ਜਾਵੇ, ਅੰਦਰ ਬੈਠਾ ਕੂੜਾ ਕਰਕਟ ਨਜ਼ਰ ਨਹੀਂ ਆਉਂਦਾ। ਜਦੋਂ ਕੂੜਾ ਕਰਕਟ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ, ਫਿਰ ਬੰਦਾ ਇਹਨਾਂ ਦੀ ਸਫਾਈ ਵਾਲਾ ਉਦਮ ਜਿਹੜਾ ਹੈ ਉਹ ਕਰਦਾ ਹੈ। ਜਬ ਇਨ ਆਪਣੀ ਆਪਣੀ ਧਾਰੀ, ਸਵਾਰਥ, ਜਦੋਂ ਮਨੁੱਖ ਸੈਲਫਿਸ਼ ਬਣ ਜਾਂਦਾ ਹੈ, ਸਿਰਫ ਆਪਣਾ ਹੀ ਸੋਚਦਾ ਹੈ, ਦੂਜੇ ਦਾ ਨਹੀਂ ਸੋਚਦਾ। ਜਬ ਇਨ ਆਪਣੀ 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 ਧਾਰੀ, ਤਬ ਇਸਕੋ ਹੈ ਮੁਸ਼ਕਿਲ ਭਾਰੀ। ਫਿਰ ਇਹਦੇ ਜੀਵਨ 'ਚ ਬੜੀਆਂ ਮੁਸ਼ਕਿਲਾਂ ਖੜੀਆਂ ਹੋ ਜਾਂਦੀਆਂ। ਜਬ ਇਨ ਕਰਨਾ ਹੈ ਹਾਰ ਪਛਾਤਾ, ਆਪਣੀ ਆਪਣੀ ਛੱਡ ਕੇ, ਮੈਂ ਮੇਰੀ ਛੱਡ ਕੇ, ਆਪਣੇ ਆਪਣੀ ਛੱਡ ਕੇ ਜਦ ਕਰਨੇ ਹਾਰ ਦੇ ਨਾਲ ਪਛਾਣ ਬਣਾ ਲੈਂਦਾ ਹੈ, ਤਬ ਇਸ ਨੂੰ ਨਾ ਹੀ ਕਿਛ ਤਾਤਾ। ਫਿਰ ਇਹਦੇ ਵਿੱਚੋਂ ਸਾੜਾ, ਬੇਚੈਨੀ, ਬੇਸਬਰੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਕਾਮ, ਕ੍ਰੋਧ, ਮਾਇਆ, ਮਦ, ਮਤਸਰ, ਮਤਸਰ ਦਾ ਮਤਲਬ ਕੀ ਹੁੰਦਾ? ਈਰਖਾ, ਜੈਲਸੀ। ਕਾਮ, ਕ੍ਰੋਧ, ਮਾਇਆ, ਮਦ, ਮਤਸਰ, ਖੇਲਤ ਸਭ ਜੂਐ ਹਾਰੇ। ਜਿਹੜਾ ਗੁਰਮੁਖ ਹੁੰਦਾ ਹੈ, ਸਤ ਸੰਗਤ ਦੀ ਬਰਕਤ ਕੀ ਹੁੰਦਾ ਹੈ? ਜਦੋਂ ਮਨੁੱਖ ਸੰਗਤ ਵਿੱਚ ਸੰਗਤ ਕਰਦਾ ਹੈ, ਗੁਰਮੁਖਾਂ ਦੀ ਸੰਗਤ ਕਰਦਾ ਹੈ, ਸੰਗਤ ਵਿੱਚ ਜਾਂਦਾ ਹੈ, ਪਰਮਾਤਮਾ ਦਾ ਜਸ ਗਾਉਂਦਾ ਹੈ, ਸੁਣਦਾ ਹੈ, ਫਿਰ ਉਹ ਕੀ ਕਰਦਾ? ਕਾਮ, ਕ੍ਰੋਧ, ਮਾਇਆ, ਮਦ, ਮਦ ਮੈਨੇ ਨਸ਼ਾ, ਮਾਇਆ ਦਾ ਨਸ਼ਾ, ਅਹੰਕਾਰ, ਮਤਸਰ, ਈਰਖਾ, ਕਹਿੰਦੇ ਇਹ ਸਮਝੋ ਉਹ ਜੂਏ 'ਚ ਨਾ ਹਾਰ ਕੇ ਆ ਜਾਂਦਾ। ਬੰਦਾ ਹਾਰ ਜਾਂਦਾ ਨਾ, ਕੋਈ ਚੀਜ਼ ਗਵਾਉਂਦਾ ਆਪਣੀ, ਅਰਥਾਤ ਉਹਦੇ ਹਿਰਦੇ 'ਚੋਂ ਇਹ ਚੀਜ਼ਾਂ ਨਿਕਲ ਜਾਂਦੀਆਂ ਨੇ। ਤੇ ਸਤ ਸੰਤੋਖ ਦਇਆ ਧਰਮ ਸੱਚ, ਇਹ ਆਪਣੇ ਗ੍ਰਹਿ ਅੰਦਰ ਵਾਰੇ। ਤੇ ਇਹਦੇ ਇਵਜ ਵਿੱਚ, ਰਿਟਰਨ ਵਿੱਚ ਸਤ, ਉੱਚਾ ਆਚਰਣ, ਸੰਤੋਖ, ਦਇਆ, ਧਰਮ ਤੇ ਸੱਚ, ਇਹਨੂੰ ਆਪਣੇ ਹਿਰਦੇ ਵਿੱਚ, ਆਪਣੇ ਹਿਰਦੇ ਘਰ ਵਿੱਚ ਲੈ ਆਉਂਦਾ ਹੈ। ਇਹ ਬਰਕਤ ਹੈ ਸੰਗਤ ਦੀ। ਸੋ ਸਮੇਂ ਦੀ ਸਮਾਪਤੀ ਹੈ। ਇਹ ਜਿਹੜਾ ਇਹਦਾ ਬਾਕੀ ਦਾ ਵਿਸ਼ਾ ਹੈਗਾ ਉਹ ਅਸੀਂ ਆਉਣ ਵਾਲੇ ਸਮੇਂ ਜਦੋਂ ਮੌਕਾ ਮਿਲੇਗਾ ਫਿਰ ਕਰਾਂਗੇ। ਸੋ ਇੰਨੀਆਂ ਹੀ ਬੇਨਤੀ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।